ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਖੁਸ਼ਾਮਦੀਦ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸਰਦਾਰ ਹਮੀਰ ਸਿੰਘ ਜੀ ਆਇਆਂ ਹਮੀਰ ਸਿੰਘ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਪੰਜਾਬ ਦੇ ਸਿਆਸੀ ਪਾਣੀਆਂ 'ਚ ਹਲਚਲ ਤਾਂ ਬਣੀ ਰਹਿੰਦੀ ਹੈ, ਪਰ ਜਦੋਂ ਛੱਲਾਂ ਭਾਰੀਆਂ ਹੋ ਜਾਣ ਤਾਂ ਫਿਰ ਚਰਚਾ ਹੋਣ ਲੱਗ ਪੈਂਦੀ ਹੈ। ਕੌਮੀ ਇਨਸਾਫ ਮੋਰਚਾ ਰਾਜਧਾਨੀ ਜਿਹੜੀ ਸਾਡੀ ਹੋ ਨਾ ਸਕੀ, ਉਹਦੀਆਂ ਬਰੂਹਾਂ ਤੇ ਚੰਡੀਗੜ੍ਹ ਦੇ ਵਿੱਚ ਲੱਗਿਆ। ਹੁਣ 26 ਜਨਵਰੀ ਵਾਲੇ ਦਿਨ ਇੱਕ ਮਾਰਚ ਦਾ ਪ੍ਰਬੰਧ ਕੀਤਾ ਗਿਆ। 26 ਜਨਵਰੀ ਨੂੰ ਮੁੱਖ ਮੰਤਰੀ ਦੀ ਕਨਸਟੀਟੂਐਂਸੀ ਤੋਂ ਇੱਕ ਮਾਰਚ ਚੱਲ ਕੇ ਮੁੱਖ ਮੰਤਰੀ ਦੀ ਮੌਜੂਦਾ ਰਿਹਾਇਸ਼, ਸਰਕਾਰੀ ਰਿਹਾਇਸ਼ ਤੱਕ ਆਊਗਾ। ਇਹਦੇ ਨਾਲ ਧਮਕ ਵੱਡੀ ਪੈਣ ਵਾਲੀ ਆ, ਕਿਉਂਕਿ ਬੰਦੀ ਸਿੱਖਾਂ ਔਰ ਹੋਰ ਮਾਮਲਿਆਂ 'ਚ ਇਨਸਾਫ ਬਹੁਤ ਦੂਰ ਦੀ ਕੌਡੀ ਹੋ ਗਿਆ। ਬਹੁਤ ਦੂਰ ਦੀ ਕੌਡੀ ਇਸ ਕਰਕੇ ਕਿ ਆਜ਼ਾਦੀ ਦੇ ਮਤਲਬ, ਗਣਤੰਤਰ ਦੇ ਮਤਲਬ ਆਜ਼ਾਦੀ ਨਾਲ ਹੈ, ਖੁੱਲੀ ਹਵਾ 'ਚ ਸਾਹ ਲੈਣ ਨਾਲ ਹੈ। ਔਰ ਜਿਨ੍ਹਾਂ ਨੇ ਸਜ਼ਾਵਾਂ ਕੱਟ ਲਈਆਂ, ਵੈਸੇ ਤਾਂ ਇੱਕ ਕੋਰਟ ਦਾ ਵੀ ਡਿਸੀਜਨ ਆਉਂਦਾ ਇਹਨਾਂ ਦਿਨਾਂ 'ਚ ਕਿ ਜੇਕਰ ਕਿਸੇ ਨੂੰ ਤੁਸੀਂ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਛੱਡਦੇ ਨਹੀਂ ਤਾਂ ਇਹ ਵੀ ਲਾ ਕਾਨੂੰਨੀ ਆ। ਇਹਦੇ ਲਈ ਸਜ਼ਾ ਕਿਹਨੂੰ ਮਿਲੇ, ਇਹ ਸਵਾਲ ਨੇ। ਪਰ ਇਹ ਮੋਰਚਾ ਸਰਕਾਰ ਦੇ ਨੱਕ 'ਚ ਦਮ ਕਰਨ ਵਾਲਾ ਇੰਜ ਲੱਗ ਰਿਹਾ। ਔਰ ਇਹਦੇ ਨਾਲ ਨਾਲ ਬਹਿਬਲ 'ਚ ਸੁਖਰਾਜ ਸਿੰਘ ਬੈਠੇ ਨੇ ਔਰ ਉਹ ਹੁਣ ਥੋੜੀ ਦੇਰ ਤੋਂ ਉਹਨਾਂ ਨੇ ਰਿਲੈਕਸ ਕੀਤਾ ਸੀਗਾ ਲੋਕਾਂ ਨੂੰ ਸ਼ਹੀਦੀ ਦਿਹਾੜਿਆਂ ਦੇ ਨਾਲ ਸੰਬੰਧਿਤ ਹੋਣ ਕਰਕੇ, ਲੇਕਿਨ 5 ਤੋਂ ਇੱਕ ਵਾਰੀ ਫਿਰ ਬੈਠਣਗੇ। ਹੁਣ ਇਹਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਦੀ ਪੰਜਾਬ 'ਚ ਸਰਗਰਮੀ ਨੂੰ ਵੀ ਤੁਸੀਂ ਅੱਖੋਂ ਓਲੇ ਨਹੀਂ ਕਰ ਸਕਦੇ। ਦੋਵੇਂ ਮੁੱਦੇ ਕੇਂਦਰ ਨਾਲ ਵੀ ਜੁੜੇ ਨੇ ਔਰ ਇਹ ਪੰਜਾਬ ਦੀ ਸਰਕਾਰ ਨਾਲ ਵੀ ਜੁੜੇ ਆ। ਲੇਕਿਨ ਜਦੋਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਆਧਾਰ ਤਲਾਸ਼ਦੀ ਹੈ, ਉਹਨਾਂ ਦੇ ਵੱਡੇ ਆਗੂ ਗਜਿੰਦਰ ਸਿੰਘ ਸ਼ੇਖਾਵਤ ਜਿਹੜੇ ਇੱਥੋਂ ਦੇ ਇੰਚਾਰਜ ਵੀ ਦੇਰ ਤੱਕ ਰਹੇ ਨੇ, ਜਿਹੜੇ ਪਾਣੀਆਂ ਦਾ ਮਾਮਲਾ ਕੇਂਦਰ 'ਚ ਬੈਠ ਕੇ ਦੇਖ ਰਹੇ ਨੇ ਪੰਜਾਬ ਤੇ ਹਰਿਆਣੇ 'ਚ, ਜਦੋਂ ਉਹ ਪ੍ਰੈਸ ਕਾਨਫਰੰਸ ਕਰਦੇ ਨੇ ਤਾਂ ਉਹ 2-3 ਵੱਡੇ ਨੁਕਤੇ ਉਠਾ ਦਿੰਦੇ ਆ। ਉਹ ਕਹਿੰਦੇ ਪੰਜਾਬੀਆਂ 'ਚ, ਮੈਨੂੰ ਲੱਗਦਾ ਕਹਿ ਤਾਂ ਸਿੱਖਾਂ 'ਚ ਰਹੇ ਆ ਕਿ ਬੇਗਾਨਗੀ ਦੀ ਭਾਵਨਾ, ਭਾਜਪਾ ਪ੍ਰਤੀ ਬੇਵਿਸ਼ਵਾਸੀ, ਵਿਸੰਗਤੀਆਂ, ਭਰਮ ਜਿਹੜੇ ਫੈਲਾਏ ਗਏ ਆ ਹੁਣ ਉਹ ਟੁੱਟ ਰਹੇ ਨੇ। ਆਖਰ ਭਰਮ ਫੈਲਾਏ ਕੀ ਨੇ? ਮੈਨੂੰ ਯਾਦ ਹੈ ਆਰਐਸਐਸ ਦੇ ਵੱਡੇ ਆਗੂਆਂ ਨਾਲ ਇੱਕ ਵਾਰੀ ਗੱਲਬਾਤ ਹੁੰਦੀ ਆ, ਮੈਂ ਉਹਨਾਂ ਨੂੰ ਰਿਕਾਰਡ ਵੀ ਕਰਦਾ ਹਾਂ। ਉਹਨਾਂ ਦਾ ਜ਼ਿਕਰ ਸੀਗਾ ਕਿ ਸਾਡੀ ਭਾਈਵਾਲੀ ਤਾਂ ਉਸ ਸੱਤਾਨਾਰੀ ਪੰਜਾਬ 'ਚ ਜਿਹੜੀ ਸਿੱਖ ਮਾਨਸਿਕਤਾ ਨਾਲ ਜੁੜੀ ਸੀ, ਜਿਨ੍ਹਾਂ ਦੇ ਲਗਾਤਾਰ ਪ੍ਰਬੰਧ ਥੱਲੇ ਸ਼੍ਰੋਮਣੀ ਕਮੇਟੀ ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਸ਼੍ਰੋਮਣੀ ਕਮੇਟੀ ਵੱਲੋਂ ਨੋਮੀਨੇਟ ਕੀਤੇ ਜਾਂਦੇ ਸੀ, ਪਰ ਜਦੋਂ ਹੁਕਮਨਾਮੇ ਆਉਂਦੇ ਸੀ, ਮਤੇ ਆਉਂਦੇ ਸੀ ਕਮੇਟੀ ਦੇ, ਸਾਡੇ ਖਿਲਾਫ ਆਉਂਦੇ ਰਹੇ। ਔਰ ਸੱਤਾ ਤਾਂ ਰਲ ਕੇ ਮੰਨਦੇ ਰਹੇ, ਲੇਕਿਨ ਪੰਜਾਬੀ ਮਾਨਸਿਕਤਾ ਦੇ ਵਿੱਚ ਸਾਨੂੰ ਪ੍ਰਵਾਨ ਨਾ ਚੜ੍ਹਨ ਦਿੱਤਾ ਗਿਆ। ਸਰਦਾਰ ਹਮੀਰ ਸਿੰਘ ਤੱਥਾਂ ਦੇ ਨਾਲ ਇਹਦੇ ਉੱਤੇ ਗੱਲ ਕਰਨਗੇ। ਲੇਕਿਨ ਤੀਜਾ ਮਾਮਲਾ ਦੇਸ਼ ਦੇ ਕਾਨੂੰਨ ਮੰਤਰੀ ਔਰ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਵਿੱਚ ਫਸਿਆ ਪਿਆ ਤਣਾਤਣੀ ਦਾ। ਬੀਤੇ ਦਿਨ ਜਦੋਂ ਕਿਰਨ ਰਿਜੀਜੂ ਇਹ ਗੱਲ ਕਹਿੰਦੇ ਆ ਕਿ ਇਹਨਾਂ ਇਲੈਕਸ਼ਨ ਥੋੜਾ ਜੱਜਾਂ ਨੇ ਲੜਨੀ ਹੁੰਦੀ, ਜਵਾਬਦੇਹੀ ਤਾਂ ਪੋਲੀਟੀਕਲ ਲੋਕਾਂ ਦੀ ਹੈ, ਜਵਾਬਦੇਹੀ ਤਾਂ ਸਾਡੀ ਹੈ। ਤੇ ਅੱਜ ਉਹ ਇੱਕ ਨਵੇਂ ਤਰੀਕੇ ਨਾਲ ਕਿ ਏਜੰਸੀਆਂ ਦੀਆਂ ਰਿਪੋਰਟਾਂ ਨਸ਼ਰ ਨਹੀਂ ਹੋਣੀਆਂ ਚਾਹੀਦੀਆਂ, ਇੰਜ ਲੱਗਦਾ ਹੈ ਕਿ ਗੱਲ ਆਰ ਪਾਰ ਤੇ ਖੜੀ ਹੈ। ਉਹ ਪੰਜਾਬੀ ਦੇ ਵਿੱਚ ਬਿੰਦ ਰਖੀਆ ਦਾ ਗੀਤ ਹਰ ਥਾਂ ਗੂੰਜਿਆ ਸੀ ਉਹਨਾਂ ਦਿਨਾਂ 'ਚ। ਅੱਜ ਕੱਲ ਵੀ ਵਿਆਹਾਂ ਸ਼ਾਦੀਆਂ ਡੀਜੇ 'ਚ ਸਭ ਤੋਂ ਪਹਿਲਾਂ ਲੱਗਦਾ ਹੈ ਤੂੰ ਨਹੀਂ ਬੋਲਦੀ ਰਕਾਨੇ, ਤੂੰ ਨਹੀਂ ਬੋਲਦੀ, ਤੇਰੇ ਚੋਂ ਤੇਰਾ ਯਾਰ ਬੋਲਦਾ। ਸਰਦਾਰ ਹਮੀਰ ਸਿੰਘ ਜੀ, ਬਾਲੀਆਂ ਗੱਲਾਂ ਮੈਂ ਕਰਾਇਆ, ਹੁਣ ਗੱਲ ਨੂੰ ਤੁਸੀਂ ਤੋਰੋ ਕਿ ਚੰਡੀਗੜ੍ਹ ਦੀ ਐਨ ਸਰਦਲ ਤੇ ਬਰੂਹਾਂ ਤੇ ਕੌਮੀ ਇਨਸਾਫ ਮੋਰਚਾ ਅੱਜ ਵਰਦੇ ਮੀਂਹ ਦੇ ਵਿੱਚ ਬੀਬੀਆਂ ਜੋਸ਼ ਨਾਲ ਪ੍ਰਸ਼ਾਦੇ ਪਕਾਉਂਦੀਆਂ ਸੀ। ਇੱਕ ਮੈਂ ਵੀਡੀਓ ਦੇਖਦਾ ਸੀ, ਲੋਕਾਂ ਦਾ ਜੋਸ਼ ਮੱਠਾ ਨਹੀਂ ਪੈਂਦਾ, ਅਜੇ ਲੜਨ ਵਾਲੀਆਂ ਹਿੱਕਾਂ, ਅਜੇ ਜਜ਼ਬੇ ਮਗੇ ਨੇ, ਅਜੇ ਠੰਡੇ ਨਹੀਂ ਹੋਏ, ਯੱਖ ਨਹੀਂ ਹੋਏ। ਇਹ ਜਿਹੜਾ 26 ਜਨਵਰੀ ਵਾਲੇ ਦਿਨ ਮਾਰਚ ਐਲਾਨ ਕੀਤਾ ਗਿਆ ਮੁੱਖ ਮੰਤਰੀ ਦੀ ਕਨਸਟੀਟੂਐਂਸੀ ਤੋਂ ਮੁੱਖ ਮੰਤਰੀ ਦੇ ਘਰ ਤੱਕ, ਇਹ ਕਿੰਨੀ ਕੁ ਜ਼ਿਆਦਾ ਸਰਗਰਮੀ ਤੇ ਹਲਚਲ ਪੈਦਾ ਕਰੂਗਾ? ਤੁਸੀਂ ਨੇੜਿਓਂ ਦੇਖ ਰਹੇ ਹੋ, ਕੀ ਵੇਖ ਰਹੇ ਹੋ? ਮੋਰਚਾ ਜਿਹੜਾ ਐਲਾਨ ਕੀਤਾ ਅੱਜ ਮੋਰਚੇ ਦੇ ਆਗੂਆਂ ਨੇ ਬੈਠ ਕੇ ਕਿ ਅਸੀਂ ਅਸਲ 'ਚ ਬੰਦੀ ਸਿੰਘਾਂ ਦੀ ਰਿਹਾਈ ਅਸੀਂ ਉਹਨਾਂ ਦੀ ਮੰਗਦੇ ਆ ਜਿਨ੍ਹਾਂ ਨੇ ਸਾਰਾ ਕੁਝ ਪੂਰਾ ਕਰ ਲਿਆ, ਤੇ ਬਾਕੀ ਦੀ ਡਿਬੇਟ ਹੋਈ ਜਾ ਰਹੀ ਹੈ ਕਿ ਹੋਰ ਕਿਹਦੀ ਘੱਟ ਹੈ, ਘੱਟ ਵਾਲਾ ਕਿਵੇਂ ਛੱਡਣਾ ਹੈ, ਵੱਧ ਵਾਲਾ ਕਿਵੇਂ ਛੱਡਣਾ ਹੈ। ਜਿਨ੍ਹਾਂ ਦੀ ਪੂਰੀ ਹੋ ਗਈ ਉਹਦੇ ਤੇ ਸਰਕਾਰਾਂ ਖਾਮੋਸ਼ ਕਿਉਂ ਨੇ? ਕਿਉਂਕਿ ਉਸ ਮਾਮਲੇ ਤੇ
ਉਹਨਾਂ ਨੇ ਰਾਮ ਰਹੀਮ ਦੀ ਪੈਰੋਲ ਦੀ ਵੀ ਗੱਲ ਕੀਤੀ ਕਿ ਪੈਰੋਲ ਤੇ ਇੱਕ ਪਾਸੇ ਤੁਸੀਂ ਕ੍ਰਿਮੀਨਲ ਬੰਦਿਆਂ ਨੂੰ ਛੱਡੀ ਜਾ ਰਹੇ ਹੋ। ਖਾਸ ਤੌਰ ਤੇ ਉਹ ਕਹਿੰਦੇ ਨੇ ਕਿ ਸਾਡੇ ਭਾਈਚਾਰੇ ਨਾਲ ਇਹ ਕਿਉਂ ਵਾਪਰ ਰਿਹਾ। ਮੋਰਚੇ ਦੀ ਜਿਹੜੀ ਗੱਲ ਲੱਗਦੀ ਸੀ ਪਹਿਲਾਂ ਪਹਿਲਾਂ ਬਹੁਤੀ ਨਹੀਂ ਸੀ ਲੱਗਦੀ, ਪਰ ਦਿਨ ਪ੍ਰਤੀ ਦਿਨ ਮੋਰਚਾ ਹੁਣ ਨਾ ਇੱਧਰ 52 ਸੈਕਟਰ ਤੋਂ ਲੈ ਕੇ ਉਹ ਤੰਬੂ ਵਾਈਪੀਐਸ ਦੇ ਨਾਲ ਲੱਗੇ ਨੇ, ਵਧੀ ਜਾ ਰਹੇ ਨੇ ਲਗਾਤਾਰ। ਹਰ ਰੋਜ਼ ਉੱਥੇ ਮਤਲਬ ਇਕੱਠ ਵੱਧ ਰਿਹਾ ਕਿਸੇ ਨਾ ਕਿਸੇ ਰੂਪ ਚ। ਇੱਕ ਤਾਂ ਮੋਰਚੇ ਨੂੰ ਹਲਾਰਾ ਉਦੋਂ ਮਿਲਿਆ ਜਦੋਂ ਪਿੱਛੇ 32 ਕਿਸਾਨ ਜਥੇਬੰਦੀਆਂ ਨੇ ਉੱਥੇ ਆਉਣ ਦਾ ਫੈਸਲਾ ਕਰ ਲਿਆ। ਹਰ ਰੋਜ਼ ਇੱਕ ਜਥੇਬੰਦੀ ਦੇ ਵਰਕਰ ਜਾਂਦੇ ਨੇ। ਫਿਰ ਉਸ ਤੋਂ ਬਾਅਦ ਅਗਲੀਆਂ ਜਿਹੜੀਆਂ 16 ਨੇ ਗੈਰ ਰਾਜਨੀਤਿਕ ਵਾਲੀਆਂ, ਉਹ ਵੀ ਕੱਲ ਆਏ, ਉਹਨਾਂ ਨੇ ਵੀ ਫੈਸਲਾ ਕਰ ਲਿਆ ਆਪਾਂ ਵੀ ਜਾਵਾਂਗੇ ਉੱਥੇ, ਕਿਉਂਕਿ ਜਿਵੇਂ ਜਿਵੇਂ ਇਹ ਇਕੱਠਾ ਸੁਮੇਲ ਹੁੰਦਾ ਜਾ ਰਿਹਾ ਨਾ ਪੰਥ ਵਰਸਸ ਕਿਸਾਨੀ ਚੋਂ ਇਹਦੇ ਚੋਂ ਉਹ ਗੱਲਾਂ ਵੀ ਨਿਕਲ ਗਈਆਂ ਕਿ ਪੰਥ ਵਰਸਸ ਕਾਮਰੇਡ। ਉਹ ਕਾਮਰੇਡਾਂ ਦੀਆਂ ਜਥੇਬੰਦੀਆਂ ਨੇ ਕਈ ਜਿਹੜੀਆਂ ਆ ਰਹੀਆਂ ਨੇ ਇੱਥੇ, ਹੁਣ ਲਾਲ ਝੰਡੇ ਵੀ ਹੁਣ ਇੱਥੇ ਬੈਠੇ ਦਿਖਾਈ ਦੇ ਰਹੇ ਨੇ ਇਸ ਬੰਦੀ ਸਿੰਘਾਂ ਦੇ ਮੋਰਚੇ ਦੇ ਵਿੱਚ ਵੀ, ਉਸੇ ਰੂਪ ਚ ਜਿਵੇਂ ਦਿੱਲੀ ਵਾਲਾ ਹਾਲ ਇੱਕ ਟਾਈਪ ਦਾ ਬਣਦਾ ਨਜ਼ਰ ਆ ਰਿਹਾ। ਤੇ ਸ਼ਾਇਦ ਉਹਦੇ ਤੋਂ ਹੀ ਉਤਸ਼ਾਹਤ ਹੋ ਕੇ ਮੋਰਚੇ ਦੇ ਜਿਹੜੇ ਪ੍ਰਬੰਧਕ ਨੇ ਅੱਜ ਉਹਨਾਂ ਨੇ ਇਹ ਐਲਾਨ ਕੀਤਾ ਕਿ ਅਸੀਂ 26 ਤਰੀਕ ਇੱਕ ਵੱਡਾ ਕਾਫਲਾ ਕੱਢਾਂਗੇ ਉੱਥੋਂ। ਕਿਸਾਨ ਜਥੇਬੰਦੀਆਂ ਨੇ ਵੀ ਉਹ ਕਹਿੰਦੇ ਨੇ ਸਾਨੂੰ ਕਿਹਾ ਕਿ ਅਸੀਂ ਤੁਹਾਡੇ ਨਾਲ ਇਨਵੋਲਵ ਹੋਵਾਂਗੇ, ਸ਼ਾਮਲ ਹੋਵਾਂਗੇ ਇਸ ਮੋਰਚੇ 'ਚ। ਕੁਝ ਗਾਇਕ ਵੀ ਆਉਣ ਲੱਗੇ ਨੇ, ਕੱਲ ਵੀ ਹਰਫ ਚੀਮਾ, ਕਮਰ ਗਰੇਵਾਲ, ਉਹ ਸਾਰੇ ਜਿਵੇਂ ਪਹਿਲਾਂ ਚੱਲੇ ਸੀ ਨਾ ਆ ਕੇ ਉੱਥੇ ਹਾਜ਼ਰੀ ਲਵਾ ਕੇ ਗਏ ਨੇ। ਸ਼ਾਇਦ ਦੇਖਾ ਦੇਖੀ ਹੋਰ ਵੀ ਆਉਣ ਲੱਗ ਜਾਣ ਜਿਸ ਤਰੀਕੇ ਦੇ ਬਾਕੀ ਆਉਂਦੇ ਨੇ। ਤੇ ਇਹ ਮਾਰਚ ਕਰਾਂਗੇ ਇਸ ਪੱਧਰ ਦੇ ਉੱਤੇ ਤਾਂ ਕਿ ਦੁਨੀਆ 'ਚ ਦਿਖਾਇਆ ਜਾਏ ਕਿ 26 ਜਨਵਰੀ ਜਿਹੜਾ ਸੰਵਿਧਾਨ ਦਾ ਮਤਲਬ ਰਿਪਬਲਿਕ ਡੇ ਦੇ ਤੌਰ ਤੇ ਮਨਾਉਂਦੇ ਆ, ਉਸੇ ਸੰਵਿਧਾਨ ਦੀ ਨਹੀਂ ਬਣ ਰਹੀਆਂ ਸਰਕਾਰਾਂ, ਤੇ ਆਪਣੇ ਹੀ ਸੰਵਿਧਾਨ ਦੀ ਨਾ ਮੰਨ ਕੇ ਜਿਨ੍ਹਾਂ ਦੇ ਪੂਰੀ ਵੀ ਹੋ ਗਈ ਆ ਸਜ਼ਾ, ਉਹਨਾਂ ਨੂੰ ਵੀ ਰਿਲੀਜ਼ ਨਹੀਂ ਕਰ ਰਹੀਆਂ। ਤਾਂ ਡੈਮੋਕ੍ਰੇਸੀ ਦਾ, ਸੰਵਿਧਾਨ ਦਾ ਕਿੰਨੀ ਕਦਰ ਹੈ ਸਰਕਾਰਾਂ ਨੂੰ ਇਸ ਮਾਮਲੇ ਦੇ ਵਿੱਚ। ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਸੱਦਾ ਦਿੱਤਾ ਪੂਰੇ ਪੰਜਾਬੀਆਂ ਨੂੰ, ਔਰ ਚਾਹੇ ਉਹ ਪੰਜਾਬੀ ਹਿੰਦੂ ਹੈ, ਚਾਹੇ ਸਿੱਖ ਹੈ, ਚਾਹੇ ਮੁਸਲਮਾਨ ਹੈ, ਇਹ ਭਾਸ਼ਾ ਉਹਨਾਂ ਨੇ ਖੁਦ ਵਰਤੀ ਹੈ, ਚਾਹੇ ਉਹ ਦੁਕਾਨਦਾਰ ਹੈ, ਖੇਤੀ ਕਰਦਾ ਹੈ। ਇਹ ਸਾਂਝਾ ਸਾਡਾ ਇੱਕ ਏਜੰਡਾ ਹੋਣਾ ਚਾਹੀਦਾ ਹੈ, ਕਿਉਂਕਿ ਮਨੁੱਖੀ ਅਧਿਕਾਰਾਂ ਦਾ ਵੱਡਾ ਮੁੱਦਾ ਹੈ ਇਹ, ਕੋਈ ਵੈਸੇ ਰਾਜਨੀਤਿਕ ਜਾਂ ਬਾਕੀ ਦਾ ਮੁੱਦਾ ਨਹੀਂ ਹੈ। ਤੇ ਇਕੱਠੇ ਹੋਈਏ। ਤੇ ਨਾਲ ਉਹਨਾਂ ਨੇ ਕਿਹਾ ਕਿ ਸਰਕਾਰੀ ਮੰਤਰੀ ਜਿੱਥੇ ਜਿੱਥੇ ਝੰਡਾ ਫਹਿਰਾਉਣ ਜਾਂਦੇ ਨੇ ਉਹਦਾ ਬਾਈਕਾਟ ਕਰੋ, ਤੇ ਇਸ ਮੋਰਚੇ 'ਚ ਉਸ ਕਾਫਲੇ 'ਚ ਉਸ ਦਿਨ ਸ਼ਾਮਲ ਹੋ ਕੇ ਦੱਸੋ ਕਿ ਪੰਜਾਬ ਕੀ ਚਾਹੁੰਦਾ ਹੈ ਅਸਲ ਦੇ ਵਿੱਚ। ਹਾਲਾਂਕਿ 26 ਨੂੰ ਇੱਕ ਗੱਲ ਜ਼ਰੂਰ ਵਿੱਚ ਆਏਗੀ ਕਿ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਪਹਿਲਾਂ ਵਾਲਾ ਓਰੀਜਨਲ, ਜਿਹਨੂੰ ਸੰਯੁਕਤ ਕਿਸਾਨ ਮੋਰਚਾ ਕਹਿੰਦੇ ਨੇ, ਉਹਨਾਂ ਨੇ ਜੀਂਦ ਦੇ ਵਿੱਚ ਇੱਕ ਮਹਾ ਪੰਚਾਇਤ ਵੀ ਰੱਖੀ ਹੋਈ ਹੈ ਕਿਸਾਨਾਂ ਨੇ, ਇਸੇ ਧਾਰਾ ਦੇ ਉੱਤੇ ਚੱਲਦੇ ਹੋਏ ਕਿ ਕਿਵੇਂ ਗਵਰਨਮੈਂਟ ਆਫ ਇੰਡੀਆ ਸਾਡੀ ਗੱਲ ਨਹੀਂ ਮੰਨ ਰਹੀ ਉਸ ਪੱਧਰ ਤੇ। ਤਾਂ ਬੰਦਿਆਂ ਦਾ ਜਾਣ ਆਉਣ ਉਧਰ ਵੀ ਕਾਫੀ ਹੱਦ ਤੱਕ ਉਹ ਲੱਗੇ ਹੋਏ ਨੇ, ਕਾਫੀ ਪੰਜਾਬ ਦਾ ਕਿਸਾਨ ਉਧਰ ਵੀ ਜਾਏਗਾ ਇੱਕ ਹਿੱਸਾ। ਪਰ ਇਹ ਜਿਹੜਾ ਹਿੱਸਾ ਇਸ ਪੱਧਰ ਦੇ ਉੱਤੇ ਆਇਆ, ਇਹ ਸਾਡੇ ਸਾਹਮਣੇ ਉਸ ਪੱਧਰ ਦੇ ਉੱਤੇ ਹੈ। ਔਰ ਜਿਹੜਾ ਬਹਿਬਲ ਕਲਾਂ ਮੋਰਚਾ ਚੱਲ ਰਿਹਾ ਆਲਰੇਡੀ ਸੁਖਰਾਜ ਸਿੰਘ ਨਿਆਮੀਵਾਲਾ ਦੀ ਅਗਵਾਈ ਦੇ ਵਿੱਚ, ਜਿਹਦੇ ਫਾਦਰ ਵੀ ਉੱਥੇ ਸ਼ਹੀਦ ਹੋਏ, ਦੋਨਾਂ ਚੋਂ ਇੱਕ ਨੇ, ਔਰ ਉਹ ਚੱਲ ਰਿਹਾ। ਸੰਕੇਤਕ ਤਾਂ ਉਹਨਾਂ ਨੇ ਉਠਾਇਆ ਨਹੀਂ ਕਦੇ ਵੀ, ਪਰ ਹੁਣ ਉਹਨਾਂ ਨੇ ਐਲਾਨ ਇਹ ਕੀਤਾ ਕਿ 5 ਤਰੀਕ ਨੂੰ ਨੈਸ਼ਨਲ ਹਾਈਵੇ ਜਿਹੜਾ ਉਹ ਜਾ ਰਿਹਾ ਅੰਮ੍ਰਿਤਸਰ ਤੋਂ ਉਧਰ ਬਾਇਆ ਫਰੀਦਕੋਟ ਹੋ ਕੇ, ਉਹ ਜਾਮ ਕੀਤਾ ਜਾਏਗਾ ਜੇ ਅਜੇ ਵੀ, ਕਿਉਂਕਿ ਸਰਕਾਰ ਟਾਈਮ ਦੇ ਰਹੀ ਹੈ, ਵੱਖ-ਵੱਖ ਗੱਲਾਂ ਕਰ ਰਹੀ ਹੈ। ਪਰ ਲੱਗਦਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਅੰਦਰ ਖਾਤੇ ਉਹਨਾਂ ਨਾਲ ਗੱਲ ਵੀ ਚਲਾ ਰਹੀ ਹੈ ਕਿ ਅਸੀਂ ਕੁਝ ਕਰਾਂਗੇ 5 ਤੋਂ ਪਹਿਲਾਂ। ਇਹ ਇੱਕ ਯਕੀਨ ਵੀ ਦਿਵਾਉਂਦੀ ਦਿਖਾਈ ਦੇ ਰਹੀ ਹੈ ਸਰਕਾਰ। ਕੀ ਕਰਾਂਗੇ ਹੁਣ ਇਹ ਨਹੀਂ ਪਤਾ, ਪਹਿਲਾਂ ਵੀ ਕਹਿ ਕੇ ਆਉਂਦੇ ਰਹੇ ਕਿ ਆਪਾਂ ਕੁਝ ਕਰਾਂਗੇ ਉਸ ਪੱਧਰ ਦੇ ਉੱਤੇ, ਅਜੇ ਇਹ ਤਾਂ ਖੁਲਾਸਾ ਨਹੀਂ ਹੋ ਰਿਹਾ। ਪਰ ਉਹਨਾਂ ਨੂੰ ਵੀ ਇੱਕ ਹੱਦ ਤੱਕ ਯਕੀਨ ਜਿਵੇਂ ਨਜ਼ਰ ਆਉਂਦਾ ਲੱਗਦਾ ਹੈ ਕਿ ਕੁਝ ਉਸ ਮੋਰਚੇ ਨੂੰ ਚੁਕਾਉਣ ਦੇ ਲਈ ਜ਼ਰੂਰ ਕੁਝ ਕਰਨਗੇ ਬਹਿਬਲ ਕਲਾਂ ਵਾਲੇ ਨੂੰ। ਔਰ ਇਹ ਮੋਰਚੇ ਨੇ ਵੀ ਉਹਨਾਂ ਨੂੰ ਅੱਜ ਫਿਰ ਰਿਕੁਐਸਟ ਕੀਤੀ ਹੈ, ਇੱਥੋਂ ਟੈਲੀਫੋਨ ਵੀ ਗਿਆ ਕਿ ਅਸੀਂ ਸਰਾਭੇ ਵਾਲਾ ਮੋਰਚਾ ਵੀ ਇੱਥੇ ਲੈ ਆਏ, ਅਸੀਂ ਸੂਰਤ ਸਿੰਘ ਵਾਲਾ ਵੀ ਗੱਲ ਕੀਤੀ ਇੱਥੇ ਲੈ ਆਓ, ਹੁਣ ਤੁਸੀਂ ਵੀ ਇੱਥੇ ਲੈ ਆਓ, ਇਹ ਸਾਂਝਾ ਮੋਰਚਾ ਉਸ ਪੱਧਰ ਦੇ ਉੱਤੇ ਬਣ ਜੇ। ਕਿਉਂਕਿ ਪਰ ਉਹਨਾਂ ਨੂੰ ਇਹ ਲੱਗਦਾ ਕਿ ਇਹ ਅਜੇ ਮੇਨ ਮੋਰਚਾ ਬੰਦੀ ਸਿੰਘਾਂ ਤੇ ਫੋਕਸ ਜ਼ਿਆਦਾ ਹੈ, ਬਹਿਬਲ ਕਲਾਂ ਵਾਲਾ ਇੱਕ ਦੂਜਾ ਮੋਰਚਾ ਅਲੱਗ ਹੈ, ਚਾਹੇ ਮੰਗ ਉਹ ਵੀ ਵਿੱਚ ਇੱਥੇ ਹੈ। ਤੇ ਦੋਨਾਂ ਨੂੰ ਅਜੇ ਚੱਲਣ ਦੇਖ ਲੈਂਦੇ ਆ। ਜੇ 5 ਤੱਕ ਨਾ ਹੋਇਆ ਤਾਂ ਇੱਕ ਉਮੀਦ ਹੈ, ਇਸ ਗੱਲ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਕਿ ਜੇ 5 ਤੱਕ ਉਸ ਮਾਮਲੇ ਤੇ ਗਵਰਨਮੈਂਟ ਨੇ ਕੁਝ ਨਾ ਕੀਤਾ ਤਾਂ ਉਹ ਵੀ ਮੋਰਚਾ ਇਹਦੇ ਵਿੱਚ ਆ ਕੇ ਇੱਕ ਇਕੱਠੇ ਮੋਰਚੇ ਦਾ ਰੂਪ ਲੈ ਲੇ ਓਵਰਆਲ ਸਾਰੀਆਂ ਮੰਗਾਂ ਦੇ ਉੱਤੇ। ਔਰ ਇਹ ਜੇ ਵੱਡਾ ਮੋਰਚਾ, ਇਹਦਾ ਦਾਇਰਾ ਵੱਡਾ ਬਣਦਾ ਜਾਂਦਾ, ਜਿਸ ਲੈਵਲ ਤੇ ਜੇ ਬਣਦਾ ਜਾਊਗਾ, ਸਰਕਾਰ ਨੇ ਸਮਾਂ ਰਹਿੰਦਾ ਗੱਲਬਾਤ ਕਰਕੇ ਇਹਨਾਂ ਮਾਮਲਿਆਂ ਨੂੰ ਨਜਿੱਠਿਆ ਨਾ, ਤਾਂ ਇੱਕ ਵੱਡਾ ਸੰਕਟ ਖੜਾ ਹੋ ਸਕਦਾ ਹੈ ਪੰਜਾਬ ਦੀ ਸਰਕਾਰ ਦੇ ਸਾਹਮਣੇ। ਵੈਸੇ ਇਹਦੇ 'ਚ ਇੱਕ ਸਵਾਲ ਬੜਾ ਵਾਜਬ ਰਹੂਗਾ ਕਿ ਜਿਸ ਤਰੀਕੇ ਨਾਲ ਉਸ ਦਿਨ ਮਾਰਚ ਸੰਗਰੂਰ ਵੱਲੋਂ ਆਉਣਾ ਹੈ
ਔਰ ਉਹ ਭਗਵੰਤ ਮਾਨ ਦੀ ਸਰਕਾਰੀ ਰਿਹਾਇਸ਼, ਮੁੱਖ ਮੰਤਰੀ ਪੰਜਾਬ ਦੀ ਸਰਕਾਰੀ ਰਿਹਾਇਸ਼ ਤੱਕ ਜਾਣਾ ਹੈ। ਇਸ ਤਰ੍ਹਾਂ ਦੇ ਧਾਰਮਿਕ ਮਾਮਲਿਆਂ 'ਚ ਜੋਸ਼ ਜ਼ਿਆਦਾ ਹੁੰਦਾ ਹੈ, ਲੜਨ ਦਾ ਮਾਦਾ ਵੀ ਜ਼ਿਆਦਾ ਹੁੰਦਾ ਹੈ। ਆਮ ਤੌਰ ਤੇ ਚੰਡੀਗੜ੍ਹ ਦੀ ਹੱਦ ਵਿੱਚ ਚੰਡੀਗੜ੍ਹ ਦੀ ਪੁਲਿਸ ਬਹੁਤਾ ਦਾਖਲ ਹੋਣ ਨਹੀਂ ਦਿੰਦੀ। ਜਿਸ ਤਰੀਕੇ ਨਾਲ ਕਿਸਾਨ ਜਥੇਬੰਦੀਆਂ ਨੇ ਹੁੱਬ ਕੇ ਸਿੰਘੂ ਵੱਲ ਜਾਂਦਿਆਂ ਸਾਰੇ ਦੇ ਸਾਰੇ ਰਾਹ ਦੀਆਂ ਅੜਿੱਚਣਾਂ ਦੂਰ ਕਰ ਲਈਆਂ ਸੀ, ਜੇ ਇਹ ਟਕਰਾਅ ਵੀ ਹੋ ਸਕਦੇ, ਜੇ ਸਰਕਾਰ ਇਹਨੂੰ ਢੰਗ ਨਾਲ ਨਹੀਂ ਨਜਿੱਠਦੀ ਤਾਂ ਕਾਫੀ ਬਵਾਲ ਵੀ ਹੋ ਸਕਦਾ ਚੰਡੀਗੜ੍ਹ ਦੀ ਹੱਦ ਦੇ ਉੱਤੇ। ਇਹ ਨੀਝ ਲਾ ਕੇ ਦੇਖਣ ਵਾਲੀ ਗੱਲ ਹੈ। ਉਸ ਦਿਨ ਜਿਸ ਦਿਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉੱਥੇ ਜਾਂਦੇ ਆ, ਤਾਂ ਮੇਰੇ ਕੋਲ ਸੂਚਨਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਇੰਟੈਲੀਜੈਂਸ ਨੇ, CID ਨੇ ਇਹ ਕਿਹਾ ਸੀਗਾ ਕਿ ਉੱਥੇ ਜਾਣਾ ਬਹੁਤਾ ਮੁਨਾਸਬ ਨਹੀਂਗਾ, ਉੱਥੇ ਕੁਝ ਵੀ ਹਰਕਤ ਹੋ ਸਕਦੀ ਆ, ਕੁਝ ਵੀ ਵਾਪਰ ਸਕਦਾ। ਔਰ ਅਸੀਂ ਦੇਖਿਆ ਕਿ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਗੱਡੀ ਦੇ ਸ਼ੀਸ਼ੇ ਤੋੜੇ ਗਏ ਜਾਂ ਬਾਕੀ ਗੱਲਾਂ ਹੋਈਆਂ। ਵੱਖਰੀ ਗੱਲ ਹੈ ਕਿ ਇਹਨੂੰ ਤੁਸੀਂ ਤਰਕਸੰਗਤ ਮੰਨੋ ਜਾਂ ਨਾ, ਇਹਦੇ ਉੱਤੇ ਤੁਹਾਡੀ ਵੱਖਰੀ ਵੱਖਰੀ ਰਾਏ ਹੋ ਸਕਦੀ ਹੈ ਕਿ ਬਹਿਸ ਸੀ, ਬਹਿਸ ਦੇ ਵਿੱਚ ਤਲਖੀ ਹੋ ਗਈ, ਉੱਥੇ ਪ੍ਰਧਾਨ ਸਾਹਿਬ ਗਲਤ ਸੀਗੇ ਜਾਂ ਜਿਹੜੇ ਮੋਰਚੇ 'ਚ ਬੈਠੇ ਨੌਜਵਾਨ ਉਹ ਜ਼ਿਆਦਾ ਉਤਸ਼ਾਹਤ ਹੋ ਗਏ। ਪਰ ਕੁੱਲ ਮਿਲਾ ਕੇ ਇਹਨੂੰ ਤੁਸੀਂ ਠੀਕ ਤਾਂ ਨਹੀਂ ਠਹਿਰਾ ਸਕਦੇ। ਇਹ ਘਟਨਾਵਾਂ ਜਿਹੜੀਆਂ ਜੋਸ਼ ਜਜ਼ਬੇ ਨਾਲ ਲਬਰੇਜ ਨੌਜਵਾਨੀ ਵੱਲੋਂ ਸਾਰੀਆਂ ਬੰਧਨਾਂ ਨੂੰ ਤੋੜ ਕੇ ਅੱਗੇ ਵਧਣ ਦੀ ਗੱਲ ਆ, ਇਹ ਸਰਕਾਰ ਨੂੰ ਮੁਸ਼ਕਲ 'ਚ ਪਾ ਸਕਦੀ। ਇੱਥੇ ਸਰਦਾਰ ਹਰਮੀਤ ਸਿੰਘ ਜੀ, ਇੱਥੇ ਪੰਜਾਬ ਸਰਕਾਰ ਇਹ ਵੀ ਕਹਿ ਕੇ ਪੱਲਾ ਝਾੜ ਸਕਦੀ ਹੈ ਕਿ ਅਸੀਂ ਤਾਂ ਇਸ ਇੱਕ ਜਾਂ ਦੋ ਲੋਕਾਂ ਤੱਕ ਮਹਦੂਦ ਹੈਗੇ ਆ। ਪੰਜਾਬ ਦੇ ਵਿੱਚ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਗਿਣਤੀ ਜ਼ਿਆਦਾ ਨਹੀਂ ਹੈ। ਇਹ ਕਰਨਾਟਕ ਨਾਲ ਜੁੜਿਆ, ਇਹ ਦਿੱਲੀ ਦੀ ਤਿਹਾੜ ਨਾਲ ਜੁੜਿਆ, ਇਹ ਇੱਕ ਅੱਧ ਜਗ੍ਹਾ ਹੋਰ ਜਗ੍ਹਾ ਨਾਲ ਵੀ ਜੁੜਿਆ, ਔਰ ਅਸੀਂ ਇਹਦੇ 'ਚ ਜ਼ਿਆਦਾ ਕੁਝ ਨਹੀਂ ਕਰ ਸਕਦੇ। ਇਹਦੇ 'ਚ ਕੇਂਦਰ ਦੀ ਡਾਇਰੈਕਸ਼ਨ ਆਉਣੀ ਆ, ਅਦਾਲਤਾਂ ਸ਼ਾਮਲ ਨੇ। ਸੋ ਇਹ ਕਹਿ ਕੇ ਤਾਂ ਉਹ ਪੱਲਾ ਝਾੜ ਸਕਦੇ ਆ ਕਿ ਅਸੀਂ ਕੀ ਕਰ ਸਕਦੇ ਹਾਂ। ਪਰ ਟਕਰਾਅ ਦੀ ਸੰਭਾਵਨਾ ਤੇ ਗੁੰਜਾਇਸ਼ ਤਾਂ ਬਣੀ ਰਹਿੰਦੀ ਆ। ਇੱਕ ਫਿਰਕੇ ਦੇ ਅੰਦਰ, ਸਿੱਖ ਮਾਨਸਿਕਤਾ ਦੇ ਅੰਦਰ ਇਹ ਦਵੰਦ ਤਾਂ ਪਲਦਾ ਹੀ ਆ ਨਾ, ਗਰਮ ਖਿਆਲੀ, ਨਰਮ ਖਿਆਲੀ। ਔਰ ਇਹ ਮਾਰਚਾਂ ਦੌਰਾਨ ਜਿਹੜੇ ਟਕਰਾਅ ਆ, ਇਹਨਾਂ ਤੋਂ ਕਿਵੇਂ ਇਹ ਇਸ ਤਰ੍ਹਾਂ ਦੀ ਸੰਭਾਵਨਾ ਦੇਖ ਸਕਦੇ ਆ? ਹਾਂ ਬਿਲਕੁਲ, ਇੱਕ ਗੱਲ ਜ਼ਰੂਰ ਉਹ ਮੋਰਚੇ ਦੇ ਆਗੂ ਕਹਿ ਰਹੇ ਨੇ ਕਿ ਪੰਜਾਬ ਸਰਕਾਰ, ਖਾਸ ਤੌਰ ਤੇ ਆਮ ਆਦਮੀ ਪਾਰਟੀ, ਇੱਕ ਗੱਲ ਕਰਕੇ ਤਾਂ ਸਾਨੂੰ ਮੈਸੇਜ ਦੇ ਨਾ ਕਿ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਦਾ ਜਿਹੜਾ ਮਾਮਲਾ ਹੈ ਉਹ ਦਿੱਲੀ ਦੀ ਸਰਕਾਰ ਦੇ ਕੋਲ ਹੈ, ਔਰ ਦਿੱਲੀ ਦਾ ਜਿਹੜਾ ਮਿਨਿਸਟਰ ਜੇਲ੍ਹ ਹੈ ਜਾਂ ਚੀਫ ਮਿਨਿਸਟਰ ਹੈ ਉਹ ਕੰਪੀਟੈਂਟ ਹੈ, ਉਹਨਾਂ ਨੇ ਉਹਨੂੰ ਪਾਸ ਕਰਨਾ। ਕੋਈ ਕੇਂਦਰ ਸਰਕਾਰ ਦਾ ਰੌਲਾ ਨਹੀਂ ਉਹਦੇ 'ਚ। ਪਿਛਲੇ ਦਿਨਾਂ 'ਚ ਵੀ ਇਹ ਗੱਲਾਂ ਸਾਹਮਣੇ ਆਈਆਂ ਸੀ, ਤੱਥ ਵੀ ਸਾਹਮਣੇ ਆ ਗਏ। ਉਹਦੇ 'ਚ ਮੈਜੋਰਿਟੀ ਦਿੱਲੀ ਸਰਕਾਰ ਦੀ ਉਹ ਬਿਊਰੋਕ੍ਰੇਸੀ ਹੈ ਔਰ ਮੇਨ ਪੋਲੀਟੀਕਲ ਧਿਰਾਂ ਨੇ ਇਹਨਾਂ ਦੀਆਂ। ਘੱਟੋ ਘੱਟ ਉਹਦੀ ਰਿਹਾਈ ਦਾ ਤਾਂ ਉੱਥੋਂ ਪਾ ਕੇ ਸਾਨੂੰ ਇੱਕ ਮੈਸੇਜ ਦਿਓ ਕਿ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਇੱਥੇ ਠੀਕ ਹੈ ਜੀ, ਸਾਡਾ ਇਹ ਮਾਮਲਾ ਉਸ ਲੈਵਲ ਤੇ ਹੈ। ਦੂਜੀ ਗੱਲ, ਜਿਹੜਾ ਜਤਿੰਦਰ ਹਵਾਰਾ ਨੂੰ ਇੱਥੇ ਲੈ ਕੇ ਆਉਣਾ ਹੈ ਦਿੱਲੀ ਤੋਂ, ਮਤਲਬ ਇੱਥੇ ਪੇਸ਼ੀ ਤੇ ਹੀ ਲੈ ਕੇ ਆਉਣਾ ਹੈ, ਉਹ ਕਹਿੰਦੇ ਨੇ 35 ਲੱਖ ਰੁਪਇਆ ਲੱਗੂਗਾ ਜੀ, ਸਾਡਾ ਇੰਨੀਆਂ ਗੱਡੀਆਂ ਚਾਹੀਦੀਆਂ ਨੇ, ਇੰਨੀਆਂ ਸਿਕਿਉਰਟੀਆਂ, ਜੇ ਉਹ। ਔਰ ਜੇ ਤੁਸੀਂ ਗੁੱਡਵਿਲ ਜੈਸਚਰ ਦਿਖਾਉਣਾ ਤਾਂ ਇਹ ਕੰਮ ਤਾਂ ਤੁਸੀਂ ਕਰ ਹੀ ਸਕਦੇ ਹੋ ਦਿੱਲੀ ਤੋਂ। ਦਿੱਲੀ ਦੀ ਸਰਕਾਰ ਹੈ ਜਿਹੜਾ ਤੁਹਾਡੇ ਕੋਲ ਇੱਥੇ ਪੇਸ਼ੀ ਤੇ ਲੈ ਕੇ ਆਉਣਾ ਹੈ। ਇਹ ਕਿੰਨੀ ਕੁ ਵੱਡੀ ਅਮਾਉਂਟ ਹੈ ਜਿੱਥੇ ਤੁਸੀਂ ਕਰੋੜਾਂ ਰੁਪਏ ਦੀਆਂ ਐਡਵਰਟਾਈਜ਼ਮੈਂਟਾਂ, ਅਰਬਾਂ ਰੁਪਏ ਖਰਚਦੇ ਹੋ। ਜੇ ਇੱਕ ਭਾਈਚਾਰੇ ਦੇ ਸੈਂਟੀਮੈਂਟਸ ਦਾ ਕੁਐਸਚਨ ਹੈ, ਇਹ ਸਵਾਲ ਉਹ ਖੜੇ ਕਰ ਰਹੇ ਨੇ ਕਿ ਇੰਨਾ ਕੁ ਤਾਂ ਕਰ ਦਿਓ ਨਾ, ਸਾਰੇ ਤੁਹਾਡੇ ਨਹੀਂ ਹੈ। ਜਿਹੜੇ ਜਿਹਦੇ ਦਾਇਰੇ ਚ ਆਉਣਗੇ ਤਾਂ ਉਹਦੇ ਖਿਲਾਫ ਹੋਵਾਂਗੇ। ਜਿੰਨੇ ਤੁਹਾਡੇ ਦਾਇਰੇ ਦੇ ਵਿੱਚ ਨੇ ਉਹਨਾਂ ਤੇ 161 ਜਿਹੜਾ ਸੰਵਿਧਾਨ ਦਾ ਆਰਟੀਕਲ ਹੈ ਉਹਦੀ ਤਾਕਤ ਵਰਤੋ, ਉਹਨੂੰ ਅਮਲ ਦੇ ਵਿੱਚ ਲਿਆਓ, ਕਿਉਂਕਿ ਹੁਣ ਸੁਪਰੀਮ ਕੋਰਟ ਦੀ ਜੱਜਮੈਂਟ ਵੀ ਆ ਗਈ ਹੈ। ਜਿਹੜੇ ਤੁਹਾਡੇ ਦਾਇਰੇ ਦੇ ਵਿੱਚ ਨਹੀਂ ਹੈ ਉਹਨੂੰ ਲਿਖ ਦਿਓ ਗਵਰਨਮੈਂਟ ਆਫ ਇੰਡੀਆ ਨੂੰ, ਆਪੀ ਜਿਹੜੇ ਲੜਾਈ ਆ ਉਹਨਾਂ ਵੱਲ ਸਿੱਧਤ ਹੋ ਜਾਏਗੀ। ਇੱਕ ਤਾਂ ਇਹ ਪਹਿਲੂ ਹੈ ਜਿਹੜਾ ਸਰਕਾਰੀ ਸਾਈਡ ਦਾ। ਤਾਂ ਦੂਜੀ ਗੱਲ, ਬਿਲਕੁਲ ਇਹ ਠੀਕ ਗੱਲ ਹੈ ਕਿ ਜਦੋਂ ਹਜੂਮ ਆਉਂਦਾ ਹੈ ਨਾ, ਹਜੂਮ ਆਉਂਦਾ ਤੇ ਲੀਡਰਸ਼ਿਪ ਅਜੇ ਐਡੀ ਪਾਏਦਾਰ, ਐਡੀ ਵੱਡੇ ਕੱਦ ਦੀ ਲੀਡਰਸ਼ਿਪ ਨੇ ਨਹੀਂ ਇਹ ਸ਼ੁਰੂ ਕੀਤਾ ਜਿਹਨੂੰ ਲੋਕ ਵੱਡਾ ਲੀਡਰ ਮੰਨਦੇ ਹੋਣ, ਜਿਹਦੇ ਕਹੇ ਤੇ ਖੜ ਜਾਣ, ਜਿਹਦੇ ਕਹੇ ਤੇ ਉੱਠ ਜਾਣ। ਅਜੇ ਮੁੱਦੇ ਦੇ ਤੌਰ ਤੇ ਵੱਡਾ ਮੁੱਦਾ, ਲੀਡਰਸ਼ਿਪ ਵੱਡੀ ਨਹੀਂ ਹੈ ਉਹਦੀ ਜਿਹਦੀ ਪਛਾਣ ਇਸ ਲੈਵਲ ਦੀ ਹੋਵੇ। ਔਰ ਆਪਾਂ ਕਿਸਾਨ ਅੰਦੋਲਨ ਚ ਵੀ ਦੇਖਿਆ, ਹਾਲਾਂਕਿ ਉੱਥੇ ਤਾਂ ਜਥੇਬੰਦਕ ਤਾਕਤ ਵੀ ਸੀ, ਜਥੇਬੰਦੀਆਂ ਦਾ ਆਪਣਾ ਕੇਡਰ ਵੀ ਸੀ ਕਾਫੀ ਹੱਦ ਤੱਕ, ਉਹਨਾਂ ਨੂੰ ਵੀ ਛੱਡ ਕੇ ਕਿਵੇਂ ਦਿੱਲੀ ਚਲੇ ਗਏ ਸੀ ਬੰਦੇ, ਉਲੰਘ ਕੇ। ਲੀਡਰ ਹੌਲੀ ਹੌਲੀ ਪਿੱਛੋਂ ਗਏ ਨੇ ਜਾ ਕੇ ਵੀ, ਹਾਂ ਚਲੋ ਜਾ ਕੇ ਨਾਲ ਰਲ ਕੇ ਬਾਅਦ ਚ ਸੰਭਾਲ ਲਿਆ, ਉਹ ਅਲੱਗ ਗੱਲ ਹੈ। ਔਰ ਇੱਥੇ ਆਉਂਦੇ ਆਉਂਦੇ ਭਾਵੇਂ ਉਦੋਂ ਜਥੇਦਾਰ ਧਾਮੀ ਦੇ ਵੀ ਜਿਹੜਾ ਘਟਨਾ ਵਾਪਰੀ, ਇਹਨਾਂ ਮੋਰਚੇ ਦੇ ਆਗੂਆਂ ਨੇ ਵੀ ਉਹਦੀ ਨਿੰਦਾ ਕੀਤੀ ਹੈ, ਜਥੇਦਾਰ ਹਵਾਰਾ ਨੇ ਵੀ ਕਿਹਾ ਇਹਨਾਂ ਨੂੰ ਨਿੰਦਾ ਕਰੋ, ਨਿੰਦਾ ਕੀਤੀ ਹੈ ਕਿ ਨਹੀਂ ਜਿਹੜਾ ਵੀ ਆਉਂਦਾ ਉਹਦੇ ਨਾਲ ਇਹ ਨਹੀਂ ਵਾਪਰਨਾ ਚਾਹੀਦਾ। ਪਰ ਭਾਵਨਾ ਚਾਹੇ ਹੋਵੇ
ਤੁਹਾਡੇ ਤੋਂ ਹਜੂਮ ਨਹੀਂ ਰੁਕਦਾ ਹੁੰਦਾ। ਹਜੂਮ ਨੂੰ ਰੋਕਣ ਲਈ ਇੱਕ ਐਡੇ ਕੱਦ ਦੀ ਸ਼ਖਸੀਅਤ ਚਾਹੀਦੀ ਹੁੰਦੀ ਹੈ ਜਿਹਨੂੰ ਦੇਖ ਕੇ ਬੰਦੇ ਖੜ ਸਕਦੇ ਹੁਣ। ਇੱਕ ਕਮਾਂਡ ਚਾਹੀਦੀ ਹੁੰਦੀ ਹੈ, ਉੱਡੇ ਕਮਾਂਡ ਦੇ ਲੀਡਰਸ਼ਿਪ ਅਜੇ ਸਾਡੇ ਨਹੀਂ ਹੈ ਇਹਨਾਂ ਮੂਵਮੈਂਟਾਂ ਦੇ ਕੋਲ। ਔਰ ਇਸ ਕਰਕੇ ਇਹ ਗੱਲ ਵਜਨਦਾਰ ਹੈ, ਇਹਨੂੰ ਤੁਸੀਂ ਡਿਨਾਈ ਨਹੀਂ ਕਰ ਸਕਦੇ, ਨਜ਼ਰਅੰਦਾਜ਼ ਨਹੀਂ ਕਰ ਸਕਦੇ, ਕਿਉਂਕਿ ਜਦੋਂ ਐਡਾ ਵੱਡਾ ਹਜੂਮ ਹੋਏਗਾ ਤਾਂ ਇੱਥੇ ਤੱਕ ਆਉਂਦੇ ਆਉਂਦੇ ਤਾਂ ਉਹਦੇ ਚ ਕੋਈ ਵੀ ਜਿਹੜਾ ਗਰਮ ਖਿਆਲੀ ਜਦੋਂ ਮੌਕੇ ਤੇ ਵੀ ਤਾਂ ਆ ਜਾਂਦਾ, ਹਜੂਮ ਵੀ ਤਾਕਤ ਦਿੰਦਾ ਤੁਹਾਨੂੰ, ਉਸ ਪੱਧਰ ਦੇ ਉੱਤੇ ਹੱਲਾਸ਼ੇਰੀ ਦਿੰਦਾ, ਉਸ ਤਾਂ ਕਿਵੇਂ ਨਜਿੱਠੇਗੀ ਸਰਕਾਰ? ਇਹਨੂੰ ਹੁਣ ਤੋਂ ਹੀ ਤੈਅ ਕਰਨਾ ਪਏਗਾ ਕਿ ਕਿਸ ਤਰੀਕੇ ਦੇ ਨਾਲ ਅੰਗੇਜ ਕਰਨਾ ਇਸ ਮੋਰਚੇ ਦੇ ਪ੍ਰਬੰਧਕਾਂ ਨਾਲ ਜਾਂ ਸਮੁੱਚੇ ਮੋਰਚੇ ਨਾਲ। ਮੋٹے ਤੌਰ ਤੇ ਮੰਨਿਆ ਹੀ ਜਾਂਦਾ ਹੈ ਕਿ ਭਾਵੇਂ ਲੀਡਰਸ਼ਿਪ ਜਾਂ ਜਿਹੜੀ ਜਿਸ ਤਰ੍ਹਾਂ ਦੀ ਕੋਈ ਆਰਗੇਨਾਈਜੇਸ਼ਨ ਇਹਦਾ ਸੰਚਾਲਨ ਕਰ ਰਹੀ ਹੁੰਦੀ ਹੈ ਉਹ ਆਪਣੇ ਸਾਰੇ ਢਾਂਚੇ ਨੂੰ ਕੰਟਰੋਲ ਕਰ ਵੀ ਲਵੇ, ਤਾਂ ਫਿਰ ਵੀ ਇੱਕ ਸੰਭਾਵਨਾ ਬਣੀ ਰਹਿੰਦੀ ਹੈ ਜੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਤਰ੍ਹਾਂ ਦੀਆਂ ਸੰਗਠਿਤ ਪਾਵਰਸ, ਇਸ ਤਰ੍ਹਾਂ ਦਾ ਮੋਰਚਾ ਸ਼ਾਂਤਮਈ, ਉਹਦੇ ਵਿੱਚ ਕਈ ਵਾਰੀ ਇਸ ਤਰ੍ਹਾਂ ਦੀਆਂ ਤਾਕਤਾਂ ਘੁਸਪੈਠ ਵੀ ਕਰ ਜਾਂਦੀਆਂ ਜਿਹੜੀਆਂ ਮੋਰਚਿਆਂ ਨੂੰ ਵੀ ਬਦਨਾਮ ਕਰਦੀਆਂ, ਜਿਹੜੀ ਉਹਦੀ ਭਾਵਨਾ ਤੋਂ ਬਿਲਕੁਲ ਉਲਟ ਵੀ ਕੰਮ ਕਰ ਜਾਂਦੀ ਆ। ਤੇ ਕਈ ਵਾਰੀ ਇਹ ਵੀ ਰੌਲਾ ਪੈਂਦਾ ਹੈ ਕਿ ਸਪਾਂਸਰਡ ਤਾਕਤਾਂ ਵੀ ਇਹਦੇ ਵਿੱਚ ਇਹਨੂੰ ਖਰਾਬ ਕਰ ਜਾਂਦੀਆਂ ਨੇ। ਕੋਈ ਅਣਸਖਾਮੀ ਘਟਨਾ ਦੀ ਗੁੰਜਾਇਸ਼ ਵੀ ਹੋ ਸਕਦੀ ਹੈ ਸਰਕਾਰ ਨੂੰ ਸਮਾਂ ਰਹਿੰਦਿਆਂ। ਇਹਦੇ ਪੰਜਾਬ ਬਲਿਆ ਤਾਂ ਬਹੁਤ ਕੁਝ ਬਲਦਾ, ਜਦੋਂ ਪੰਜਾਬ ਬਲਦਾ ਹੈ ਤਾਂ ਇਹ ਇਕੱਲਾ ਨਹੀਂ ਬਲਦਾ, 10 12 15 ਸਾਲ ਬਾਅਦ ਜਾ ਕੇ ਪਿਛਲੀ ਵਾਰੀ ਸੰਭਲੇ ਸੀ ਪੰਜਾਬੀ। ਤੇ ਅੱਜ ਵੀ ਲੋਕਾਂ ਦੇ ਅੰਦਰ ਇੱਕ ਬੇਗਾਨਗੀ ਦਾ ਅਹਿਸਾਸ ਤਾਂ ਰਹਿੰਦਾ ਹੀ ਹੈ ਕਿ ਸਾਨੂੰ ਨੌਕਰੀਆਂ ਨਹੀਂ ਮਿਲਦੀਆਂ, ਅਮਨ ਕਾਨੂੰਨ ਦੀ ਸਥਿਤੀ ਆ, ਔਰ ਇੱਥੇ ਸਾਡੇ ਹੱਕਾਂ ਦੀ ਰਾਖੀ ਨਹੀਂ ਹੁੰਦੀ, ਹੋਰ ਤਰ੍ਹਾਂ ਦੇ ਬੜੇ ਕਲਚਰ। ਬੱਚੇ ਬਾਹਰ ਨੂੰ ਲੋਕ ਇਸੇ ਦੁੱਖ ਦੇ ਭੇਜਦੇ ਆ। ਮੈਨੂੰ ਲੱਗਦਾ ਕਿ ਇੱਕ ਵਾਰੀ ਫਿਰ ਸਥਿਤੀ ਵਿਗੜੇ ਉਸ ਤੋਂ ਪਹਿਲਾਂ ਸਰਕਾਰਾਂ ਨੂੰ ਆਪਣੇ ਐਫਰਟਸ ਲਾਉਣੇ ਚਾਹੀਦੇ ਆ। ਛੋਟੀ ਜੀ ਘਟਨਾ ਵੀ ਚੀਜ਼ਾਂ ਨੂੰ ਬਹੁਤ ਵੱਡਿਆਂ ਕਰ ਦਿੰਦੀ ਹੈ, ਜਿਹਨੂੰ ਸਾਂਭਣਾ ਬਾਅਦ ਚ ਬਹੁਤ ਔਖਾ ਹੁੰਦਾ। ਖੈਰ, ਮੈਂ ਬਿਲਕੁਲ ਇਸ ਕਾਬਲ ਨਹੀਂ ਕਿ ਅਸੀਂ ਇਹ ਗੱਲਾਂ ਕਰੀਏ, ਪਰ ਪਰਿਸਥਿਤੀਆਂ ਇਸ ਦਿਸ਼ਾ 'ਚ ਤੁਰਦੀਆਂ ਰਹਿੰਦੀਆਂ ਨੇ। ਮੈਂ ਗੈਰ ਰਸਮੀ ਗੱਲਬਾਤ ਦੇ ਵਿੱਚ ਸਰਦਾਰ ਹਮੀਰ ਸਿੰਘ ਹੋਰਾਂ ਨੂੰ ਪੁੱਛ ਰਿਹਾ ਸੀ, ਅਸੀਂ ਗਜਿੰਦਰ ਸਿੰਘ ਸ਼ੇਖਾਵਤ ਦੀ ਪ੍ਰੈਸ ਕਾਨਫਰੰਸ ਸੁਣ ਰਹੇ ਸੀ, ਬੜੀ ਜ਼ਿੰਮੇਵਾਰੀ ਨਾਲ ਉਹ ਬੋਲ ਰਹੇ ਸੀ, ਬੜੀ ਸੰਵੇਦਨਸ਼ੀਲਤਾ ਦਿਖਾਈ ਉਹਨਾਂ ਨੇ। ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੇ ਕੁਝ ਬਿਆਨ SYL ਜਾਂ ਬਾਕੀ ਚੀਜ਼ਾਂ ਤੇ ਕੁਝ ਅਜੀਬੋ-ਗਰੀਬ ਕਿਸਮ ਦੇ ਸੀ, ਪਰ ਹੁਣ ਉਹਨਾਂ ਦੀ ਟੋਨ, ਉਹਨਾਂ ਦੀ ਸੁਰ ਬਿਲਕੁਲ ਅਲੱਗ ਸੀ। ਉਹ ਇਹਦੇ ਉੱਤੇ ਬਿਲਕੁਲ ਨਹੀਂ ਬੋਲਣਾ ਚਾਹੁੰਦੇ, ਕਹਿੰਦੇ ਮਾਮਲਾ ਸੁਪਰੀਮ ਕੋਰਟ 'ਚ ਹੈ ਔਰ ਮੈਂ ਇਹਦੇ 'ਚ ਕੁਝ ਵੀ ਕਹਿਣ ਦੇ ਸਮਰੱਥ ਨਹੀਂ। ਪਾਣੀਆਂ ਦੇ ਮਾਮਲੇ 'ਚ ਭਾਜਪਾ ਦਾ ਸਟੈਂਡ ਕਾਫੀ ਸਾਫ਼ ਹੈ, ਪਰ ਇੱਕ ਗੱਲ ਦੇ ਉੱਤੇ ਜਿੱਥੇ ਮੇਰਾ ਫੋਕਸ ਬਹੁਤ ਟਿਕ ਗਿਆ, ਉਹ ਕਹਿੰਦੇ ਸਾਨੂੰ ਭਾਰਤੀ ਜਨਤਾ ਪਾਰਟੀ ਨੂੰ, ਉਹਨਾਂ ਦਾ ਮਤਲਬ ਸੀ ਕਿ ਪੰਜਾਬ ਦੇ ਵਿੱਚ ਬਹੁਤ ਭਰਮ ਦੇ ਵਿੱਚ ਦੇਖਿਆ ਗਿਆ, ਸਾਡੇ ਬਾਰੇ ਬਹੁਤ ਭਰਮ ਫੈਲਾਏ ਗਏ, ਸਾਡੇ ਬਾਰੇ ਰਾਏ ਲੋਕਾਂ ਦੀ ਬੜੀ ਵੱਖਰੀ ਤਰ੍ਹਾਂ ਦੀ ਬਣਾਤੀ ਗਈ। ਹੁਣ ਉਹ ਰਾਏ ਬਦਲ ਰਹੀ ਹੈ। ਕੁਦਰਤੀ ਤੌਰ ਤੇ ਹੁਣ ਬਹੁਤ ਸਾਰੇ ਲੀਡਰ ਉਹ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਕਰ ਰਹੇ ਆ ਜਿਹੜੇ ਲੋਕਾਂ ਨਾਲ ਜੁੜੇ ਸੀ ਕਿਸੇ ਸਮੇਂ, ਅੱਜ ਜੁੜੇ ਹੋਣ ਜਾਂ ਕੱਲ ਨੂੰ ਫਿਰ ਹਾਲਾਤ ਬਦਲ ਜਾਣ। ਲੇਕਿਨ ਇਸ ਸਵਾਲ ਨੂੰ ਜਦੋਂ ਮੈਂ ਸਰਦਾਰ ਹਮੀਰ ਸਿੰਘ ਸਾਹਮਣੇ ਰੱਖ ਰਿਹਾ ਸੀ ਦੋਸਤੋ, ਤੇ ਮੈਨੂੰ ਇਹਨਾਂ ਨੇ ਬੜੀਆਂ ਦਿਲਚਸਪ ਗੱਲਾਂ ਦੱਸੀਆਂ। ਮੈਂ ਕਿਹਾ ਕਿਉਂ ਨਹੀਂ ਪ੍ਰਵਾਨ ਕਰਦੇ, ਇਹ ਕਿਉਂ ਕਹਿ ਰਹੇ ਨੇ ਸ਼ੇਖਾਵਤ ਸਾਹਿਬ ਕਿ ਸਾਨੂੰ ਪ੍ਰਵਾਨ ਨਹੀਂ ਕੀਤਾ ਗਿਆ? ਔਰ ਦੂਜੀ ਗੱਲ, ਲਗਭਗ ਦਹਾਕੇ ਪਹਿਲਾਂ ਤੋਂ ਅਕਾਲੀ ਦਲ ਨਾਲ ਰਲ ਕੇ ਸਰਕਾਰ ਬਣਾਉਂਦੀ ਆ ਰਹੀ ਹੈ ਜਨ ਸੰਘ ਜਾਂ ਭਾਰਤੀ ਜਨਤਾ ਪਾਰਟੀ, ਔਰ ਸਿੱਖ ਮਾਨਸਿਕਤਾ ਆ ਪਿਛਲੇ ਕੁਝ ਸਾਲਾਂ ਨੂੰ ਛੱਡ ਲਈਏ ਤਾਂ ਇੱਕ ਤਰ੍ਹਾਂ ਨਾਲ ਇਹਦੇ ਪ੍ਰਤੀਨਿਧ ਰਹੇ ਨੇ ਅਕਾਲੀ ਦਲ ਦੇ ਲੀਡਰ, ਇਹਦੀ ਤਰਜਮਾਨੀ ਭਾਵਨਾਵਾਂ ਦੀ ਕਰਦੇ ਰਿਹਾ, ਔਰ ਮੇਨ ਸੰਸਥਾਵਾਂ ਆਪਰੇਟ ਵੀ ਇਹਨਾਂ ਦੇ ਲੀਡਰ ਹੀ ਕਰਦੇ ਰਹੇ ਕਿਸੇ ਨਾ ਕਿਸੇ ਰੂਪ ਚ, ਭਾਵੇਂ ਦਿੱਲੀ ਹੋਵੇ, ਪਟਨਾ ਸਾਹਿਬ ਹੋਵੇ, ਹਜੂਰ ਸਾਹਿਬ ਹੋਵੇ। ਔਰ ਸ਼੍ਰੋਮਣੀ ਕਮੇਟੀ ਤਾਂ ਕੋਈ ਦੋ ਰਾਵਾਂ ਹੀ ਨਹੀਂ ਕਿ ਜਦੋਂ ਦੀ ਹੋਣ ਚਾਹੀਏ, ਮੇਰੇ ਖਿਆਲ ਕੋਈ ਬਹੁਤ ਇਤਿਹਾਸਕ ਜਿਹਾ ਮੌਕਾ ਹੋਊਗਾ ਜਦੋਂ ਇਹਨਾਂ ਦੀ ਲੀਡਰਸ਼ਿਪ ਤੋਂ ਪਰੇ ਗਈ ਹੋਵੇ। ਮੈਨੂੰ ਸਰਦਾਰ ਹਮੀਰ ਸਿੰਘ ਜਿਹੜੀਆਂ ਗੱਲਾਂ ਦੱਸ ਰਹੇ ਸੀਗੇ ਵੀ ਆਖਿਰ ਭਾਜਪਾਈਆਂ ਨੂੰ, ਜਨਸੰਘੀਆਂ ਨੂੰ ਪੰਜਾਬ ਦੇ ਵਿੱਚ ਪ੍ਰਵਾਨ ਕਿਉਂ ਨਹੀਂ ਕੀਤਾ ਗਿਆ, ਮੈਂ ਚਾਹੁੰਦਾ ਕਿ ਹੁਣ ਖੁੱਲੇ ਰੂਪ ਚ ਤੁਹਾਡੇ ਨਾਲ ਸਾਂਝੀਆਂ ਕਰਨ। ਕੀ ਕਹਿੰਦੇ ਹੋ ਸਰਦਾਰ ਸਾਹਿਬ? ਬਿਲਕੁਲ, ਜਿਵੇਂ ਨਾ ਇਹ ਕਿਹਾ ਜਾਂਦਾ ਸੀ ਕਿ ਜਨਸੰਘ ਦਾ ਜਾਂ RSS ਤੇ ਅਕਾਲੀਆਂ ਦਾ ਰਿਸ਼ਤਾ ਲਵ ਹੇਟ ਵਾਲਾ ਰਿਸ਼ਤਾ ਰਿਹਾ, ਔਰ ਕਈ ਜਗ੍ਹਾ ਪਿਆਰ ਮੁਹੱਬਤ ਵੀ ਲੱਗਦੀ ਸੀ ਕਿ ਹਾਂਜੀ ਸਰਕਾਰ ਬਣਾ ਲੈਂਦੇ ਆ, ਪਰ ਉਹ ਥੋੜੇ ਜਿਹੇ ਸਮੇਂ ਬਾਅਦ ਫਿਰ ਟੁੱਟ ਜਾਂਦੀ ਸੀ ਕਿਉਂਕਿ ਅਸਲ 'ਚ ਮੁੱਦਿਆਂ ਤੇ ਸਹਿਮਤੀ ਨਹੀਂ ਸੀ ਹੁੰਦੀ। ਬੜੇ ਸਟ੍ਰੈਟਜੀਕਲ ਰਣਨੀਤਿਕ ਸਵਾਲ ਐਸੇ ਹੁੰਦੇ ਸੀ ਜਿਨ੍ਹਾਂ ਤੇ ਦੋਨੋਂ ਵਖਰੇਵਾਂ ਕਰਦੇ ਸੀ, ਔਰ ਇਹ ਲਵ ਹੇਟ ਰਿਲੇਸ਼ਨ ਤਾਂ 96 ਤੋਂ ਬਾਅਦ ਇੱਕ ਵਾਰੀ ਪਤੀ ਪਤਨੀ ਵਾਲਾ ਰਿਲੇਸ਼ਨ ਬਣ ਗਿਆ ਸੀ, ਜਦੋਂ ਬਾਦਲ ਸਾਹਿਬ ਕਹਿੰਦੇ ਹੁੰਦੇ ਸੀ ਸਾਡਾ 9 ਮਾਸ ਦਾ ਰਿਸ਼ਤਾ, ਸਾਡਾ ਪਤੀ ਪਤਨੀ ਵਾਲਾ ਸੰਬੰਧ ਹੈ 96 97 ਤੋਂ ਬਾਅਦ।
ਪਰ ਇਦੋਂ ਜੀ ਪਹਿਲਾਂ ਆਜ਼ਾਦੀ ਤੋਂ ਬਾਅਦ ਲਗਾਤਾਰ 47 ਤੋਂ ਬਾਅਦ ਇਹ ਲਵ ਹੇਟ ਰਿਲੇਸ਼ਨਸ਼ਿਪ ਹੀ ਰਹੀ ਹੈ। ਜੇ ਮੈਂ ਕੁਝ ਘਟਨਾਵਾਂ ਵੀ ਜਿਹੜੀਆਂ ਕੋਰਟ ਹਿਸਟਰੀ ਦੇ ਵਿੱਚ ਦਰਜ ਨੇ, ਅੱਜ ਕੱਲ੍ਹ ਸਾਰੀਆਂ ਕਿਤਾਬਾਂ ਦੇ ਵਿੱਚ ਤੱਥ ਨੇ, ਔਨ ਰਿਕਾਰਡ ਘਟਨਾਵਾਂ ਨੇ। ਔਨ ਰਿਕਾਰਡ ਘਟਨਾਵਾਂ ਦੇ ਵਿੱਚ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਜਦੋਂ ਅਕਾਲੀ ਦਲ ਨੇ ਪੰਜਾਬੀ ਸੂਬੇ ਦੀ ਮੰਗ ਉਠਾਈ, ਪੰਜਾਬੀ ਸੂਬੇ ਦੀ ਮੰਗ ਦੇ ਪੈਰਲਲ ਜਨਸੰਘ ਦੇ ਆਗੂਆਂ ਨੇ ਮਹਾ ਪੰਜਾਬ ਦੀ ਮੰਗ ਤੇ ਭੁੱਖ ਹੜਤਾਲ ਰੱਖੀ, ਐਜੀਟੇਸ਼ਨ ਰੱਖੀ, ਪੈਰਲਲ ਐਜੀਟੇਸ਼ਨ। ਐ ਨਹੀਂ ਕਿ ਉਹ ਕੱਲਾ ਸਹਿਮਤੀ ਨਹੀਂ ਪ੍ਰਗਟਾਈ ਜਾਂ ਬਿਆਨ ਦੇਤਾ ਕਿ ਅਸੀਂ ਇਹਦੇ ਨਾਲ ਸਹਿਮਤ ਨਹੀਂ ਆ, ਇੱਕ ਪੈਰਲਲ ਐਜੀਟੇਸ਼ਨ ਦਾ ਰੁਖ ਜਿਹੜਾ ਉਸ ਲੈਵਲ ਤੇ ਚਲਾਇਆ, ਜਿਹੜਾ ਸਾਰੇ ਸਭ ਨੂੰ ਦਿਖਾਈ ਦੇ ਰਿਹਾ। ਉਸ ਤੋਂ ਬਾਅਦ ਫਿਰ ਬਣ ਗਿਆ ਪੰਜਾਬੀ ਸੂਬਾ, ਤਾਂ ਬਣ ਹੀ ਗਿਆ, ਚਲੋ 66 ਚ ਆ ਕੇ ਕਿਸ ਤਰ੍ਹਾਂ ਕਿਸੇ ਨੂੰ ਚਾਹੇ 10 ਸਾਲ ਲੇਟ ਬਣਿਆ। ਸ਼ਾਇਦ ਉਹ ਲੇਟ ਬਣਨ ਦਾ ਇੱਕ ਵਿਰੋਧ ਦਾ ਰੀਜਨ ਇਹ ਵੀ ਸੀ ਕਿ ਜਦੋਂ 51 ਤੇ 61 ਦੀਆਂ ਜਿਹੜੀਆਂ ਮਰਦਮਸ਼ੁਮਾਰੀਆਂ ਹੋਈਆਂ ਪੰਜਾਬ ਦੇ ਵਿੱਚ, ਉਹਦੇ ਚ ਬਕਾਇਦਾ ਹਿੰਦੂ ਭਾਈਚਾਰੇ ਨੂੰ ਇਹ ਕਿਹਾ ਗਿਆ ਕਿ ਕੰਪੇਨ ਚਲਾਈ ਗਈ ਵੱਡੇ ਪੱਧਰ ਦੇ ਉੱਤੇ ਕਿ ਤੁਸੀਂ ਆਪਣੀ ਮਾਤ ਭਾਸ਼ਾ ਹਿੰਦੀ ਲਿਖਾਓ, ਔਰ ਪੰਜਾਬ ਨੂੰ ਦੋ ਭਾਸ਼ੀ ਸੂਬਾ ਜਿਹੜਾ ਮਤਲਬ ਗਰਦਾਨਣ ਦੀ ਜਿਹੜੀ ਇੱਕ ਗੱਲ ਚੱਲੀ ਭਾਸ਼ਾ ਕਮਿਸ਼ਨ ਦੇ ਸਾਹਮਣੇ ਵੀ, ਔਰ ਉਹ ਬਹੁਤ ਜ਼ੋਰ ਲਾ ਕੇ ਵੀ ਉਹਨੇ ਪੱਧਰ ਤੇ ਨਹੀਂ ਹੋਇਆ। ਹਾਲਾਂਕਿ ਉਹ ਦੋਨੋਂ ਮਰਦਮਸ਼ੁਮਾਰੀਆਂ ਕਿਹਾ ਜਾਂਦਾ ਹੈ ਕਿ ਉਹ ਠੀਕ ਤਰੀਕੇ ਨਾਲ ਨਹੀਂ ਮੰਨੀਆਂ ਜਾਂਦੀਆਂ, ਜੇ ਮਤਲਬ ਉਸ ਕਸਬੱਟੀ ਤੇ ਮੰਨਿਆ ਜਾਏ ਪੈਮਾਨੇ ਤੇ। ਔਰ ਇਹਦੇ ਨਾਲ ਦੀ ਨਾਲ ਉਦੋਂ ਬਾਅਦ ਫਿਰ ਆ ਜਾਂਦਾ ਜੀ ਜਦੋਂ ਸਰਕਾਰ ਬਣਦੀ ਹੈ। ਦੇਖੋ ਤੁਸੀਂ 66 ਤੱਕ ਇੱਕ ਮਹਾ ਪੰਜਾਬ ਦੀ ਗੱਲ ਕਰਦਾ, ਇੱਕ ਪੰਜਾਬੀ ਸੂਬੇ ਦੀ ਗੱਲ ਕਰਦਾ, 67 ਚ ਚੋਣ ਆ ਜਾਂਦੀ ਹੈ, ਬਹੁਮਤ ਨਹੀਂ ਮਿਲਦੀ ਕਿਸੇ ਨੂੰ, ਤੇ ਉਹੀ ਜਿਹੜਾ ਹੇਟ ਰਿਲੇਸ਼ਨਸ਼ਿਪ ਸੀ ਲਵ ਰਿਲੇਸ਼ਨਸ਼ਿਪ ਚ ਬਦਲ ਜਾਂਦਾ, ਪਿਆਰ ਚ। ਉਹੀ ਜਨਸੰਘ, ਉਹੀ ਕਾਮਰੇਡ, ਉਹ ਸਾਰੇ ਇਕੱਠੇ ਹੋ ਕੇ ਇੱਕ ਸਾਂਝੀ ਸਰਕਾਰ ਬਣਾਉਂਦੇ ਨੇ, ਇਤਿਹਾਸਕ ਗਵਰਨਮੈਂਟ ਕਹਿੰਦੇ ਨੇ। ਉਹਦੇ ਚ ਜਨਸੰਘ ਦੇ ਅੰਮ੍ਰਿਤਸਰ ਤੋਂ ਹੀ ਲੀਡਰ ਸੀ, ਵੱਡੇ ਲੀਡਰ ਬਲਦੇਵ ਪ੍ਰਕਾਸ਼, ਉਹ ਫਾਈਨਾਂਸ ਮਿਨਿਸਟਰ ਬਣਦੇ ਨੇ ਉਸ ਗਵਰਨਮੈਂਟ ਦੇ ਵਿੱਚ, ਜਿਹੜੀ 67 ਦੇ ਵਿੱਚ ਜਸਟਿਸ ਗੁਰਨਾਮ ਸਿੰਘ ਦੀ ਉਹ ਬਣਦੀ ਹੈ, ਸਰਕਾਰ ਬਣਦੀ ਹੈ। ਔਰ ਉਹ ਸਾਰੇ ਮਾਮਲੇ ਦੇ ਵਿੱਚ ਚਲਦੇ ਚਲਦੇ ਥੋੜੀ ਦੇਰ ਚ ਹੀ ਰੌਲਾ ਪੈ ਜਾਂਦਾ। ਉਹ ਰੌਲਾ 3 ਮੁੱਦਿਆਂ ਤੇ ਪੈਂਦਾ। ਉਹ ਤਿੰਨੋਂ ਮੁੱਦੇ ਕਿਹੜੇ ਨੇ? ਉਹ ਤਿੰਨੋਂ ਮੁੱਦੇ ਨੇ ਚੰਡੀਗੜ੍ਹ ਪੰਜਾਬ ਦੇ ਵਿੱਚ ਮਰਜ ਕਰਨ ਦਾ ਮੁੱਦਾ ਹੈ, ਪੰਜਾਬੀ ਬੋਲਦੇ ਇਲਾਕੇ ਪੰਜਾਬ ਦੇ ਵਿੱਚ ਤੁਰੰਤ ਸ਼ਾਮਲ ਕਰਨ ਦਾ ਮੁੱਦਾ ਹੈ, ਤੇ ਫੈਡਰਲ ਸਟਰਕਚਰ ਨੂੰ ਮਜ਼ਬੂਤ ਕਰਨ ਦਾ ਮੁੱਦਾ ਹੈ। ਜਨਸੰਘ ਇੱਕ ਪਾਸੇ ਸੀ ਤੇ ਅਕਾਲੀ ਦਲ ਦੂਜੇ ਪਾਸੇ ਸੀ। ਜਨਸੰਘ ਨੇ ਰੱਸਾ ਖਿੱਚ ਲਿਆ ਤੇ ਸਰਕਾਰ ਡਿੱਗ ਪਈ। ਫਿਰ 69 ਦੀ ਇਲੈਕਸ਼ਨ ਹੁੰਦੀ ਹੈ। 69 ਦੀ ਇਲੈਕਸ਼ਨ ਦੇ ਵਿੱਚ ਜਦੋਂ 69 ਇੱਕ ਬਹੁਤ ਕਰੂਸਲ ਮਾਮਲਾ ਸੀ ਸਾਡੇ ਸਾਹਮਣੇ, ਗੁਰੂ ਨਾਨਕ ਸਾਹਿਬ ਦਾ 500 ਸਾਲਾ ਸੀਗਾ, ਮਤਲਬ ਬਹੁਤ ਵੱਡੇ ਪੱਧਰ ਤੇ ਮਨਾਉਣ ਦੀ ਇੱਕ ਗੱਲ ਸੀ, ਕੀਤਾ ਕੀ ਜਾਵੇ। ਤਾਂ ਉਦੋਂ ਬਿਨਾਂ ਸ਼ੱਕ ਇੱਕ ਕੰਮ ਕਾਫੀ ਵੱਡਾ ਕੀਤਾ ਗਿਆ, ਜਿਹਦੇ ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਐਲਾਨ ਹੋਈ ਗਈ ਕਿ ਇੱਥੇ ਯੂਨੀਵਰਸਿਟੀ ਇੱਕ ਬਣਨੀ ਹੈ, ਤੇ ਗੁਰੂ ਨਾਨਕ ਦੇਵ ਸਾਹਿਬ ਉਹਨਾਂ ਤੇ 500 ਸਾਲਾਂ ਤੇ। ਉਦੋਂ ਬਾਅਦ 69 ਚ ਚੋਣ ਹੋ ਗਈ। ਚੋਣ ਹੋਣ ਤੋਂ ਬਾਅਦ ਫਿਰ ਨਹੀਂ ਬਹੁਗਿਣਤੀ ਮੇਰੀ, ਫਿਰ ਵਿਡਰਾ ਕੀਤੀ ਹੋਈ ਜਨਸੰਘ ਅਕਾਲੀ ਇਕੱਠੇ ਹੋ ਕੇ 69 ਚ ਫਿਰ ਸਰਕਾਰ ਬਣਾਉਂਦੇ ਨੇ। ਸਬੰਧ ਦੇਖੋ ਅਜੀਬੋ ਗਰੀਬ ਕੀ ਹੈ, ਜਦੇ ਲੜਕੇ ਫਿਰ ਜ਼ਿਆਦਾ ਇਕੱਠੇ ਹੁੰਦੇ ਨੇ। ਪਰ ਇੱਥੇ ਇੱਕ ਚੀਜ਼ ਵਿੱਚ 69 ਦੇ ਵਿੱਚ ਹੋਰ ਆਉਂਦੀ ਆ ਕਿ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਕਾਫੀ ਸਾਰੇ ਕਾਲਜ, ਸਕੂਲ ਔਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੋਂਦ ਵਿੱਚ ਆਉਂਦੀ ਆ, ਤੇ ਇੱਥੇ ਵੀ ਇੱਕ ਸਿਆਪਾ ਪੈਂਦਾ ਹੈ ਜਦੋਂ ਡੀਏਵੀ ਸੰਸਥਾਵਾਂ ਇਹਦੇ ਵਿੱਚ ਸ਼ਾਮਲ ਕਰਨ ਤੋਂ ਇਨਕਾਰ ਕੀਤਾ ਜਾਂਦਾ। ਜਦੋਂ ਇਹ ਕਿਹਾ ਜਾਂਦਾ ਕਿ ਗੁਰੂ ਨਾਨਕ ਦੇਵ ਜਿਹੜੀ ਕਿ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਬਣ ਰਹੀ ਆ, ਉਹਦਾ ਵਿਰੋਧ ਹੁੰਦਾ ਇੱਕ ਲੌਬੀ ਵੱਲੋਂ, ਜਿਹੜੀ ਬਾਅਦ ਦੇ ਵਿੱਚ ਜਿਹਨੂੰ ਸਪੋਰਟ ਕਰਦੀ ਆ ਜਨਸੰਘ। ਔਰ ਜਦੋਂ ਇਸ ਮਾਮਲੇ ਦੇ ਵਿੱਚ ਸ਼ਾਇਦ ਇੱਕ ਵਾਰੀ ਫਿਰ ਸਰਕਾਰ ਦੁਬਦਾ ਚਾਹੁੰਦੀ ਆ, ਇਹ ਸਰਕਾਰ ਸ਼ਾਇਦ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਸੀ ਉਸ ਵੇਲੇ, ਇਹ ਵੀ ਤੱਥ ਜ਼ਰੂਰ ਅੱਗੇ ਵਧਾਇਓ। ਬਿਲਕੁਲ, ਮੈਂ ਇਹੀ ਕਹਿਣਾ ਚਾਹੁੰਦਾ ਕਿ 1969 ਦਾ ਜਿਹੜਾ ਜਦੋਂ ਦੌਰ ਆਉਂਦਾ ਹੈ, ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣ ਜਾਂਦੀ ਹੈ, ਤੇ ਉਦੋਂ ਵੀ ਆਵਾਜ਼ ਉੱਠਦੀ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਬਜਾਏ ਤੁਸੀਂ ਇੱਥੇ ਵੀ ਬਣਾਓ, ਜਲੰਧਰ ਦੇ ਵਿੱਚ ਡੀਏਵੀ ਯੂਨੀਵਰਸਿਟੀ ਬਣਾਓ। ਔਰ ਪਰ ਉਹ ਯੂਨੀਵਰਸਿਟੀ ਤਾਂ ਬਣ ਜਾਂਦੀ ਹੈ। ਉਸ ਗਵਰਨਮੈਂਟ 'ਚ 2 ਮਿਨਿਸਟਰ ਹੁੰਦੇ ਨੇ ਜਨਸੰਘ ਦੇ, ਬਲਰਾਮ ਜੀ ਦਾਸ ਟੰਡਨ ਤੇ ਕ੍ਰਿਸ਼ਨ ਲਾਲ, ਤੇ ਔਰ ਉਹਦੇ ਵਿੱਚ ਚੱਲਦੇ ਦੌਰਾਨ ਫਿਰ ਇਹ ਰੌਲਾ ਪੈਣਾ ਸ਼ੁਰੂ ਹੁੰਦਾ ਕਿਉਂਕਿ ਯੂਨੀਵਰਸਿਟੀ ਬਣ ਗਈ, ਹੁਣ ਕਾਲਜ ਕਿਹੜੇ ਲਾਉਣੇ ਨੇ ਉਹਦੇ ਨਾਲ, ਅਫੀਲੀਏਟਡ ਕਾਲਜ। ਪੰਜਾਬ ਸਰਕਾਰ ਫੈਸਲਾ ਕਰਦੀ ਹੈ ਕਿ ਸਾਰੇ ਜਿਹੜੇ ਦੁਆਬੇ ਦੇ ਕਾਲਜ ਨੇ ਤੇ ਇਹ ਸਾਰੇ ਕਾਲਜ ਇਧਰੋਂ ਲਾ ਦੋ, ਤਾਂ ਡੀਏਵੀ ਸੰਸਥਾਵਾਂ ਇਸ ਲਈ ਵਿਰੋਧ ਕਰਦਾ, ਉਹਦੇ ਮੇਨ ਇੰਸਟੀਟਿਊਸ਼ਨ 'ਚ ਕਰਦੀਆਂ ਨੇ ਕਿ ਅਸੀਂ ਤਾਂ ਪੰਜਾਬ ਯੂਨੀਵਰਸਿਟੀ ਨਾਲ ਹੀ ਰਹਿਣਾ, ਅਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਨਹੀਂ ਜਾਣਾ ਕਿਸੇ ਵੀ ਰੂਪ ਦੇ ਵਿੱਚ। ਔਰ ਉਹ ਲਗਾਤਾਰ ਵਿਰੋਧ ਹੁੰਦਾ। ਉਹ ਵਿਰੋਧ ਹੋਇਆ ਤੇ ਕੁਝ ਹੋਰ ਗੱਲਾਂ ਰਲ ਕੇ ਫਿਰ ਵਾਪਸ ਲਈ ਜਾਂਦੀ ਹੈ ਸਪੋਰਟ, ਤੇ ਫਿਰ ਉਹ ਸਰਕਾਰ ਉਸੇ ਤਰ੍ਹਾਂ ਨਹੀਂ ਚੱਲ ਪਾਉਂਦੀ। ਉਦੋਂ ਬਾਅਦ
ਫਿਰ 70 ਦੇ ਵਿੱਚ ਦੁਬਾਰਾ ਆਪਣੇ ਆਪ ਅਕਾਲੀ ਟੁੱਟਦੇ ਨੇ, ਪ੍ਰਕਾਸ਼ ਸਿੰਘ ਬਾਦਲ ਬਣਦੇ ਨੇ, ਫਾਈਨਾਂਸ ਬਿੱਲ ਪੇਸ਼ ਹੀ ਨਹੀਂ ਕਰ ਦਿੱਤਾ ਜਾਂਦਾ, ਬਜਟ ਪੇਸ਼ ਨਹੀਂ ਕਰ ਦਿੱਤਾ ਜਾਂਦਾ, ਉਹ ਉਸ ਲੈਵਲ ਤੇ ਚੱਲਦਾ ਲਗਾਤਾਰ। ਔਰ ਇਸੇ ਕਰਕੇ ਜਦੋਂ ਜਦੋਂ ਵੀ ਇਹ ਮਾਮਲੇ ਆਉਂਦੇ ਨੇ, ਇਦੋਂ ਬਾਅਦ ਵੀ ਫਿਰ ਲਗਾਤਾਰ ਜਿੰਨੇ ਮਾਮਲੇ ਆਏ ਨੇ, ਚਾਹੇ ਉਹ ਅਨੰਦਪੁਰ ਸਾਹਿਬ ਦੇ ਮਤੇ ਦਾ ਸਵਾਲ ਆਇਆ ਹੋਵੇ ਜਾਂ ਜਿਹਦੇ ਤੇ ਸਟੈਂਡ ਕਰਨ ਦੇ ਸਵਾਲ ਨੇ, ਪਾਣੀਆਂ ਦਾ ਸਵਾਲ ਆਇਆ ਹੋਵੇ, ਵੱਖ-ਵੱਖ ਸਵਾਲ ਆਏ ਹੋਣ, ਅਕਾਲੀ ਦਲ ਤੇ ਜਨਸੰਘ ਜਿਹੜਾ ਉਸ ਰੂਪ ਦੇ ਵਿੱਚ ਸੀ, ਉਸ ਨਹੀਂ ਗੱਲ ਉਸ ਲੈਵਲ ਤੇ ਬਣੀ। ਹਾਂ 77 ਦੇ ਵਿੱਚ ਆ ਕੇ ਵੀ ਜਦੋਂ ਇੰਦਰਾ ਗਾਂਧੀ ਐਮਰਜੈਂਸੀ ਲਾਉਂਦੀ ਹੈ, ਐਮਰਜੈਂਸੀ ਸਾਰੇ ਲੋਕ ਵਿਰੋਧੀ ਇੱਧਰ ਉੱਧਰ ਦੇ ਜੇਲ੍ਹਾਂ ਦੇ ਵਿੱਚ ਹੁੰਦੇ ਨੇ, ਉਦੋਂ ਬਾਅਦ ਵੀ 77 ਦੀ ਜਨਤਾ ਪਾਰਟੀ ਬਣਦੀ ਹੈ, ਪਰ ਅਕਾਲੀ ਦਲ ਜਨਤਾ ਪਾਰਟੀ ਦਾ ਹਿੱਸਾ ਨਹੀਂ ਬਣਦਾ, ਜਨਸੰਘ ਜਨਤਾ ਪਾਰਟੀ ਦਾ ਹਿੱਸਾ ਵੀ ਬਣ ਜਾਂਦਾ ਤੋੜ ਕੇ, ਫਿਰ ਵੀ ਕੋਲੀਸ਼ਨ ਬਣਦੀ ਹੈ। ਉਹ ਕੋਲੀਸ਼ਨ ਇਸ ਗੱਲ ਦੇ ਬਾਵਜੂਦ ਬਣਦੀ ਹੈ ਕਿ ਅਕਾਲੀ ਦਲ ਨੂੰ ਪੂਰਨ ਬਹੁਮਤ ਵੀ ਮਿਲਿਆ ਸੀ ਉਸ ਸਮੇਂ ਦੇ ਬਾਵਜੂਦ। ਔਰ ਫਿਰ ਵੀ ਜਿਹੜੇ ਡਿਫਰੈਂਸਸ ਨੇ ਜਿਹੜੇ ਆਪਸੀ ਇਹਨਾਂ ਵੱਡੇ ਮੁੱਦਿਆਂ ਦੇ ਉੱਤੇ, ਪਾਣੀਆਂ ਦਾ ਸਵਾਲ, ਬੋਲੀ ਦਾ ਸਵਾਲ, ਚੰਡੀਗੜ੍ਹ ਦਾ ਸਵਾਲ, ਫੈਡਰਲ ਸਟਰਕਚਰ ਦਾ ਸਵਾਲ, ਇਹਨਾਂ ਤੇ ਲਗਾਤਾਰ ਬਣੇ ਰਹੇ ਤੇ ਲਗਾਤਾਰ ਬਣੇ ਆਉਂਦੇ ਰਹੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਜਦੋਂ ਮਿਲੀਟੈਂਸੀ ਦਾ ਦੌਰ ਆਉਂਦਾ ਹੈ, ਮਿਲੀਟੈਂਸੀ ਦੇ ਦੌਰ ਤੋਂ ਬਾਅਦ ਫਿਰ ਇਹਨਾਂ ਨੇ ਇੱਕ ਨਵੀਂ ਪਰਿਭਾਸ਼ਾ ਦਿੱਤੀ ਅਸਲ ਚ ਅਕਾਲੀ ਦਲ ਤੇ ਬੀਜੇਪੀ ਨੇ ਰਲ ਕੇ, ਉਹ ਹਿੰਦੂ ਮੁਸਲਿਮ ਸਿੱਖ ਭਾਈਚਾਰੇ ਦੀ ਦਿੱਤੀ। ਅਕਾਲੀ ਦਲ ਨੇ ਲੱਗਿਆ ਕਿ ਮੈਂ ਸਿੱਖਾਂ ਦਾ ਪ੍ਰਤੀਨਿਧ ਤੇ ਤੁਸੀਂ ਹਿੰਦੂਆਂ ਦੇ ਪ੍ਰਤੀਨਿਧ ਹੋ, ਤੁਹਾਨੂੰ ਸ਼ਹਿਰੀ ਦੇਤੀਆਂ ਤੇ ਮੈਨੂੰ ਪਿੰਡੂ ਦੇਤੀਆਂ, ਬਾਕੀ ਇਹਦੇ ਨਾਲ ਰਾਜ ਪ੍ਰਬੰਧ ਠੀਕ ਚੱਲ ਸਕਦਾ, ਤੇ ਜੇ ਆਪਾਂ ਇਸ ਗੱਲ ਨਾਲ ਚਲਾਈਏ ਤਾਂ ਚੰਗਾ। ਸ਼ਾਇਦ ਉਸ ਤੋਂ ਬਾਅਦ ਬੀਜੇਪੀ ਨੇ ਥੋੜਾ ਬਹੁਤ ਸੋਚਣ ਦੀ ਟਰਾਈ ਕੀਤੀ ਹੈ ਇਸ ਤੋਂ ਬਾਅਦ ਕਿ ਨਹੀਂ, ਜੇ ਪੰਜਾਬ 'ਚ ਵਿਆਪਕ ਪਾਰਟੀ ਬਣਨਾ ਨਾ ਛੋਟੀ ਪਾਰਟੀ ਤੋਂ, ਤੇ ਵੱਖ-ਵੱਖ ਤਰੀਕੇ ਨਾਲ ਇਸ ਤਰੀਕੇ ਨਾਲ ਨਹੀਂ ਚੱਲਣਗੀਆਂ। ਇਹਦੇ ਤੋਂ ਇਲਾਵਾ ਵੀ ਜਿਹੜੀਆਂ ਕੰਟਰਾਡਿਕਸ਼ਨਾਂ ਖੜੀਆਂ ਹੁੰਦੀਆਂ ਨੇ ਧਾਰਮਿਕ ਖੇਤਰ ਦੇ ਵਿੱਚ, ਕਈ ਆਰਐਸਐਸ ਦੇ ਆਗੂ ਗਾਹੇ ਬਗਾਹੇ ਬਿਆਨ ਦੇ ਦਿੰਦੇ ਰਹੇ ਕਦੇ-ਕਦੇ ਕਿ ਸਿੱਖ ਤਾਂ ਸਾਡਾ ਹਿੱਸਾ ਨੇ, ਇਹ ਤਾਂ ਸਾਡੇ ਲਈ ਉਹ ਬਣੇ ਸੀ ਦੇਸ਼ ਦੀ ਰੱਖਿਆ ਲਈ ਤੇ ਹਿੰਦੂਆਂ ਦੀ ਢਾਲ ਬਣਨ ਦੇ ਵਾਸਤੇ, ਇਹ ਸਾਡੇ ਹੀ ਨੇ। ਜੇ ਤੁਸੀਂ ਪੁਰਾਣਾ ਦੇਖਦੇ ਹੋ, ਜਦੋਂ ਆਰੀਆ ਸਮਾਜੀਆਂ ਨਾਲ ਬਹਿਸ ਹੈ, ਉਦੋਂ ਭਾਈ ਕਾਹਨ ਸਿੰਘ ਨਾਭਾ ਨੂੰ ਇੱਕ ਕਿਤਾਬਚਾ ਲਿਖਣਾ ਪੈਂਦਾ, ਹਮ ਹਿੰਦੂ ਨਹੀਂ, ਔਰ ਉਹਦਾ ਬਕਾਇਦਾ ਵਿਆਖਿਆ ਦੇਣੀ ਪੈਂਦੀ ਹੈ ਉਸ ਪੱਧਰ ਦੇ ਉੱਤੇ ਆ ਕੇ। ਔਰ ਫਿਰ ਜਦੋਂ ਬਾਰ-ਬਾਰ ਆਰਐਸਐਸ ਕਹਿੰਦੀ ਹੈ ਤਾਂ ਸਿੱਖ ਇੱਕ ਵੱਡੀ ਮੰਗ ਉਠਾਉਂਦੇ ਨੇ ਕਿ ਸਿੱਖਾਂ ਨੂੰ ਇੱਕ ਵੱਖਰੀ ਕੌਮ ਦਾ ਤੇ ਵੱਖਰੀ ਉਹਦਾ ਦਰਜਾ ਦਿਓ। ਬਾਰ-ਬਾਰ ਡਿਮਾਂਡ ਇਹ ਉੱਠਦੀ ਹੈ ਧਾਰਮਿਕ ਤੌਰ ਤੇ। ਹੁਣ ਹੌਲੀ-ਹੌਲੀ ਇਹ ਮੰਨਣ ਲੱਗੇ ਨੇ ਵੀ ਅਸੀਂ ਤਾਂ ਦਿੱਤਾ ਹੀ ਹੋਇਆ ਤੁਹਾਨੂੰ, ਤੁਸੀਂ ਵੱਖਰੇ ਹੋ। ਪਰ ਨਾਲ ਦੀ ਨਾਲ ਇੱਕ ਗੱਲ ਹੋਰ ਜੁੜ ਗਈ ਇਹਦੇ, ਜੇ ਮੈਂ ਇੱਕ ਹੋਰ ਜੋੜਨੀ ਹੁੰਦੀ ਇੱਕ, ਜਦੋਂ ਖਾਲਸਾ ਪੰਥ ਦਾ 300 ਸਾਲਾ ਆਉਂਦਾ 1999 ਦੇ ਵਿੱਚ, ਔਰ ਉਹ ਵੱਡੇ ਪੱਧਰ ਤੇ ਮਨਾਇਆ ਜਾਂਦਾ ਕਿਉਂਕਿ ਵਾਜਪਾਈ ਸਾਹਿਬ ਉਦੋਂ ਪ੍ਰਧਾਨ ਮੰਤਰੀ ਨੇ ਦੇਸ਼ ਦੇ, ਔਰ ਸਾਰੀ ਕੋਲੀਸ਼ਨ ਹੈ ਕਿਉਂਕਿ ਪਹਿਲਾਂ ਤਾਂ ਕਾਂਗਰਸ ਰਹੀ ਨਾ ਬਾਕੀ ਦੇ ਮਾਮਲਿਆਂ ਦੇ ਵਿੱਚ ਉੱਪਰ ਨੈਸ਼ਨਲ ਸੱਤਾ ਦੇ ਉੱਤੇ, ਤੇ ਹੇਠਾਂ ਇਹ ਆਪਣੀ ਕੋਲੀਸ਼ਨ ਚੱਲਦੀ ਰਹੀ। ਤਾਂ ਉੱਥੇ ਅੱਜ ਵੀ ਅਵੇਲੇਬਲ ਨੇ, ਮੌਜੂਦ ਨੇ ਭਾਈ ਮਨਜੀਤ ਸਿੰਘ, ਜਿਹੜੇ ਅਕਾਲ ਤਖਤ ਦੇ ਜਥੇਦਾਰ ਦਾ ਚਾਰਜ ਵੀ ਜਿਨ੍ਹਾਂ ਕੋਲ ਰਿਹਾ, ਤੇ ਤਖਤ ਦਮਦਮਾ ਤਖਤ ਕੇਸਗੜ੍ਹ ਸਾਹਿਬ ਦੇ ਉਹ ਲੰਮੀ ਦੇਰ ਤੱਕ ਜਥੇਦਾਰ ਰਹੇ। ਪ੍ਰੋਫੈਸਰ ਮਨਜੀਤ ਸਿੰਘ ਉਦੋਂ ਉਹ ਜਥੇਦਾਰ ਸੀਗੇ, ਅੱਜ ਕੱਲ੍ਹ ਵੀ ਅਨੰਦਪੁਰ ਸਾਹਿਬ ਹੀ ਰਹਿੰਦੇ ਨੇ। ਔਰ ਉਹ ਜੋ ਡਿਟੇਲ ਦੱਸਦੇ ਨੇ, ਬੜੀ ਬਾਅਦ ਚ ਦੱਸੀ ਹੋਣੇ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਆ ਕੇ, ਉਹ ਕਹਿੰਦੇ ਉਦੋਂ ਵੀ ਇਹ ਕਿਹਾ ਗਿਆ ਸਾਨੂੰ ਕਿ ਜਿਹੜਾ ਸਾਡਾ ਮੁਖੀ ਆਰਐਸਐਸ ਦਾ, ਇਹਨੂੰ ਫਰੰਟ ਕੋਰ ਚ ਬਿਠਾਓ ਕਿਉਂਕਿ ਸਾਡਾ ਹਿੰਦੂਆਂ ਦਾ ਲੀਡਰ ਹੈ। ਉਹਨਾਂ ਨੇ ਕਹਿਤਾ ਕਿ ਨਹੀਂ, ਉਹ ਹਿੰਦੂਆਂ ਦਾ ਲੀਡਰ ਨਹੀਂ, ਹਿੰਦੂਆਂ ਦਾ ਐਕਚੁਅਲੀ ਲੀਡਰ ਤੁਹਾਡੇ ਜਿਹੜੇ ਸ਼ੰਕਰਾਚਾਰੀਆ ਨੇ, ਉਹ ਫਰੰਟ ਰੋ ਚ ਬੈਠੇ ਨੇ। ਵੱਖ-ਵੱਖ ਧਾਰਮਿਕ ਇਹ ਸੋਸ਼ਲ ਜਥੇਬੰਦੀ ਹੈ, ਅਸੀਂ ਸਭ ਨੂੰ ਫਰੰਟ ਰੋ ਨਹੀਂ ਦੇ ਸਕਦੇ। ਕਾਫੀ ਨਾਰਾਜ਼ਗੀ ਹੋਈ, ਪੋਲੀਟੀਕਲ ਲੀਡਰਸ਼ਿਪ ਆਈ ਕਿ ਸਾਨੂੰ ਪੋਲੀਟੀਕਲੀ ਬਹੁਤ ਕੁਝ ਕਰਨਾ ਪੈਂਦਾ, ਪਰ ਨਹੀਂ ਚੱਲਿਆ। ਤਾਂ ਇੱਕ ਥ੍ਰੈਟ ਨੂੰ ਉਹ ਕਹਿੰਦੇ ਦੇਖੇਗੇ, ਕੋਈ ਗੱਲ ਨਹੀਂ, ਅਗਲੇ ਦਿਨ ਆਉਣਗੇ ਜਦੋਂ ਜਥੇਦਾਰ ਸਾਹਿਬ ਵੀ ਅਸੀਂ ਲਾ ਲਾਂਗੇ, ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਨਾ ਨਹੀਂ ਮੰਨਦੇ, ਸਾਡੇ ਲੀਡਰ ਦੀ ਤੋਹੀਨ ਕੀਤੀ ਹੈ। ਹੁਣ ਜਦੋਂ ਜਥੇਦਾਰ ਦੇ ਦਿਮਾਗ 'ਚ ਇਹ ਹੈ, ਜੇ ਉਹਨੂੰ ਕੋਈ ਕਹਿ ਕੇ ਗਿਆ, ਤੁਹਾਡੇ ਨਾਂ ਤੇ ਕਹਿ ਕੇ ਗਿਆ, ਤੁਹਾਡਾ ਹੀ ਬੰਦਾ ਹੋਏਗਾ, ਜਦੋਂ ਉਹ ਗੱਲਾਂ ਵਿੱਚ ਸਿਖਾ ਰਹੇ ਦੱਸਣਗੇ ਜਾ ਕੇ, ਤਾਂ ਜ਼ਰੂਰੀ ਨਹੀਂ ਅਕਾਲੀ ਦਲ ਦੱਸੇ, ਉਹ ਵੀ ਤਾਂ ਦੱਸਣਗੇ ਹੀ ਨਾ। ਇਹ ਕੁਝ ਧਾਰਨਾਵਾਂ ਬਣਦੀਆਂ ਨੇ, ਇਹਨਾਂ ਧਾਰਨਾਵਾਂ ਦੀ ਸੁੱਧੀਕਰਨ, ਜੇ ਵਾਕਈ ਪੋਲੀਟੀਕਲ ਮਿਜਾਜ ਬਦਲਣਾ ਹੈ, ਪੋਲੀਟੀਕਲ ਰਣਨੀਤੀ ਬਦਲਣੀ ਹੈ, ਤਾਂ ਇਹ ਮੁੱਢੋਂ ਸੁੱਢੋਂ ਬਦਲਣੀ ਪੈਂਦੀ ਹੈ। ਇਹ ਨਹੀਂ ਹੈ ਪੈਚ ਵਰਕ ਦੇ ਤੌਰ ਤੇ ਇੱਥੇ ਫਿੱਟ ਆ ਗਈ ਬਦਲ ਲਈ, ਇੱਥੇ ਨਾ ਫਿੱਟ ਆਈ ਨਾ ਬਦਲੀ। ਔਰ ਜੇ ਹੁਣ ਵੀ ਲੋੜ ਮਹਿਸੂਸ ਹੁੰਦੀ ਹੈ, ਔਰ ਜੇ ਘੱਟ ਗਿਣਤੀਆਂ ਨੂੰ, ਜੇ ਇਹਨਾਂ ਬਾਰੇ ਵੀ, ਸਿੱਖੀ ਬਾਰੇ ਵੀ, ਜਿਹੜੇ ਥੋੜੀਆਂ ਗੱਲਾਂ ਨੇ ਨਾ ਛੋਟੀਆਂ ਕਰਨ ਦੀ ਬਜਾਏ ਕੁਝ ਬੁਨਿਆਦੀ ਕਦਮ ਉਠਾਉਣ ਦੀ ਲੋੜ ਪਏਗੀ, ਤਾਂ ਕਿ ਲੋਕਾਂ ਦਾ ਭਰੋਸਾ ਬਹਾਲ, ਕਹਿੰਦੇ ਕਿ ਟੁੱਟਿਆ ਭਰੋਸਾ ਬਹਾਲ ਕਰਨਾ ਔਖਾ ਕੰਮ ਹੁੰਦਾ,
ਉਹਦੇ ਲਈ ਬਹੁਤ ਜਦੋਜਹਿਦ ਕਰਨੀ ਪੈਂਦੀ ਹੈ, ਕਈ ਵੱਡੇ ਕਾਰਨਾਮੇ ਕਰਨੇ ਪੈਂਦੇ ਨੇ, ਤਾਂ ਹੌਲੀ ਹੌਲੀ ਭਰੋਸਾ ਬਣਦਾ। ਨਹੀਂ ਭਰੋਸਾ ਕਰਨੀ ਗੱਲੀ ਬਾਤੀ ਨਹੀਂ ਬਣਦਾ। ਤਾਂ ਹੀ ਤਾਂ ਜਦੋਂ ਜਦੋਂ ਸ਼ੇਖਾਵਤ ਸਾਹਿਬ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲਾਂ ਕਹਿ ਰਹੇ ਸੀਗੇ ਕਿ ਬੀਜੇਪੀ ਦੇ ਨਜ਼ਰੀਏ ਤੋਂ ਕਾਫੀ ਭ੍ਰਾਂਤੀਆਂ, ਕਾਫੀ ਭਰਮ ਫੈਲਾਏ ਗਏ ਨੇ ਪੰਜਾਬ ਦੇ ਵਿੱਚ, ਸਾਡੇ ਬਾਰੇ ਰਾਏ ਵੱਖਰੇ ਤਰ੍ਹਾਂ ਦੀ ਬਣਾਈ ਗਈ, ਤਾਂ ਹੀ ਮੈਂ ਇਹਨੂੰ ਚਰਚਾ 'ਚ ਲਿਆਂਦਾ, ਤਾਂ ਕਿ ਘੱਟੋ ਘੱਟ ਬੀਜੇਪੀ ਦੇ ਉਹ ਆਗੂ ਜਿਹੜੇ ਪੰਜਾਬ ਨਾਲ ਵੀ ਜੁੜੇ ਨੇ ਪਰ ਇਤਿਹਾਸ ਤੋਂ ਸੱਖਣੇ ਨੇ, ਅੱਜ ਕੱਲ ਜਮਾਤ ਪੋਲੀਟੀਕਲ ਪੜ੍ਹਨ ਲਿਖਣ ਤੋਂ ਦੂਰ ਚਲੇਗੀ। ਵੈਸੇ ਮੈਂ ਦੋ ਚੀਜ਼ਾਂ ਇਹਦੇ ਵਿੱਚ, ਸਰਦਾਰ ਹਰਮੀਤ ਸਿੰਘ ਦੀ ਗੱਲ ਤੁਰੀ ਆ ਤਾਂ ਤੋਰ ਹੀ ਲੈਂਦੇ ਆ, ਦੋ ਗੱਲਾਂ ਮੈਂ ਇਹਦੇ 'ਚ ਕਰਨਾ ਚਾਹੂੰਗਾ। ਇੱਕ ਤਾਂ ਤੁਸੀਂ ਜ਼ਿਕਰ ਕੀਤਾ ਕਿ ਪੰਜਾਬੀ ਸੂਬੇ ਦੇ ਨਿਰਮਾਣ ਦੌਰਾਨ, ਉਸ ਮੁਹਿੰਮ ਦੌਰਾਨ ਬਣਨ ਤੋਂ ਪਹਿਲਾਂ, ਜਦੋਂ ਇੱਕ ਮਰਦਮਸ਼ੁਮਾਰੀ ਹੁੰਦੀ ਆ ਜਿਹਦੇ ਵਿੱਚ ਆਮ ਕਿਹਾ ਗਿਆ ਕਿ ਇੱਕ ਖਾਸ ਵਰਗ ਨੂੰ ਹਿੰਦੀ ਮਾਂ ਬੋਲੀ ਲਿਖਾਉਣ ਲਈ ਕਿਹਾ ਗਿਆ। ਜਦੋਂ ਮੈਂ ਇਹੀ ਸਵਾਲ ਆਰਐਸਐਸ ਦੇ ਵੱਡੇ ਆਗੂ ਅਯੋਧਿਆ ਤੋਂ ਆਉਂਦੇ ਨੇ, ਪੰਜਾਬ 'ਚ ਦੇਰ ਤੋਂ ਵਿਚਰਦੇ ਨੇ, ਪੰਜਾਬ ਦੇ ਸੰਗਠਨ 'ਚ ਥੱਲੇ ਲੈਵਲ ਤੱਕ ਉਹਨਾਂ ਦਾ ਬੜਾ ਅਸਰ ਰਸੂਖ ਹੈ, ਰਾਮ ਗੋਪਾਲ ਜੀ, ਉਹਨਾਂ ਨਾਲ ਮੈਂ ਇੰਟਰਵਿਊ ਵੀ ਕੀਤਾ। ਉਹਨਾਂ ਨੂੰ ਮੈਂ ਜਦੋਂ ਇਹ ਸਵਾਲ ਪੁੱਛਿਆ ਕਿ ਕੀ ਲੋੜ ਪੈ ਗਈ ਸੀ ਕਿ ਇਹ ਦੋਸ਼ ਆਉਂਦਾ ਕਿ ਤੁਸੀਂ ਲੋਕਾਂ ਨੂੰ ਕਿਹਾ ਜਾਂ ਇੱਕ ਖਾਸ ਵਰਗ ਨੂੰ ਕਿਹਾ ਕਿ ਤੁਸੀਂ ਆਪਣੀ ਭਾਸ਼ਾ ਹਿੰਦੀ ਲਿਖਾਓ, ਜਦ ਕਿ ਲੋੜ ਪੰਜਾਬੀ ਬੋਲਣ ਵਾਲੇ ਲੋਕ ਪੰਜਾਬੀ ਕਿਉਂ ਨਾ ਲਿਖਾਉਣ। ਉਹ ਕਹਿੰਦੇ ਕਿ ਨਹੀਂ, ਸਾਡੇ ਉਦੋਂ ਦੇ ਸਭ ਤੋਂ ਵੱਡੇ ਲੀਡਰ, ਮੈਂ ਹੁਣ ਨਾਮ ਭੁੱਲ ਗਿਆ, ਉਹ ਕਹਿੰਦੇ ਉਸ ਮੌਕੇ ਤੇ ਇੱਥੇ ਆਏ, ਉਹ ਦੂਜੀ ਸਟੇਟ ਚੋਂ ਚੱਲ ਕੇ ਇੱਥੇ ਆਏ, ਕਿਉਂਕਿ ਇਹ ਆਰੀਆ ਸਮਾਜੀ ਤੇ ਜਨ ਸੰਘ ਦੋ ਵੱਖਰੇ ਵੱਖਰੇ ਮਾਮਲੇ ਸੀ। ਸਰਦਾਰ ਹਰਮੀਤ ਸਿੰਘ ਜੀ, ਜੇ ਤੁਸੀਂ ਇਹਨੂੰ ਦੇਖਿਆ ਤਾਂ ਜ਼ਰੂਰ ਇਸ ਗੱਲ ਨੂੰ ਜ਼ਰੂਰ ਟੱਚ ਕਰ ਦਿਓ ਕਿ ਉਹ ਕਹਿੰਦੇ ਕਿ ਆਰਐਸਐਸ ਕਦੇ ਵੀ ਇਸ ਤਰ੍ਹਾਂ ਦੇ ਕਿਸੇ ਵੀ ਕਦਮ ਦੇ ਨਾਲ ਨਹੀਂ ਸੀ, ਸਗੋਂ ਅਸੀਂ ਆ ਕੇ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਤੁਸੀਂ ਜਿਹੜੀ ਤੁਹਾਡੀ ਭਾਸ਼ਾ ਉਹੀ ਲਿਖਾਓ, ਤੁਸੀਂ ਧੜੱਲੇ ਨਾਲ ਪੰਜਾਬੀ ਲਿਖਾਓ। ਇਹ ਔਨ ਰਿਕਾਰਡ ਉਹਨਾਂ ਕਿਹਾ, ਨੰਬਰ 1। ਨੰਬਰ 2, ਜਿਹੜੀ ਗੱਲ ਤੁਸੀਂ ਕਹੀ ਆ, ਜਦੋਂ ਸਰਦਾਰ ਤਰਲੋਚਨ ਸਿੰਘ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸੀਗੇ, ਉਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਉਦੋਂ ਦੇ ਆਰਐਸਐਸ ਮੁਖੀ, ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਤੁਸੀਂ ਸਿੱਖਾਂ ਨੂੰ ਵੱਖਰੀ ਕੌਮ ਕਿਉਂ ਨਹੀਂ ਮੰਨਦੇ, ਇਹ ਟਕਰਾ ਕਿਉਂ ਨੇ। ਤੇ ਕਹਿੰਦੇ ਜੀ ਉਹਨਾਂ ਨੇ ਮੈਨੂੰ ਬਕਾਇਦਾ ਇੱਕ ਲੈਟਰ ਭੇਜ ਕੇ ਗੱਲ ਸਵੀਕਾਰ ਕੀਤੀ ਕਿ ਅਸੀਂ ਸਿੱਖਾਂ ਨੂੰ ਇੱਕ ਵੱਖਰੀ ਕੌਮ ਮੰਨਦੇ ਹਾਂ। ਇਹ ਦੋ ਗੱਲਾਂ ਇਤਿਹਾਸ ਵਿੱਚ ਨਾਲ ਨਾਲ ਤੁਰਦੀਆਂ ਨੇ। ਤੁਸੀਂ ਪਹਿਲੀ ਗੱਲ ਦਾ ਜ਼ਰੂਰ ਜ਼ਿਕਰ ਕਰਦੇ ਹੋ ਕਿ ਆਰੀਆ ਸਮਾਜੀ ਤੇ ਆਰਐਸਐਸ, ਇਹਨਾਂ ਵਿੱਚ ਅੰਤਰ ਸੱਚਮੁੱਚ ਹੈਗਾ। ਉਹਨਾਂ ਦਿਨਾਂ ਦੇ ਵਿੱਚ ਇਹਨਾਂ ਨੇ ਉਸ ਮਾਨਸਿਕਤਾ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਕਿ ਭਾਸ਼ਾ ਉਹੀ ਲਿਖਾਓ ਜਿਹੜੀ ਤੁਹਾਡੀ। ਅਸਲ ਚ ਆਰਐਸਐਸ ਬਾਰੇ ਨਾਰਮਲੀ ਕਹਿ ਜਾਂਦਾ, ਤੁਸੀਂ ਕਈ ਬਿਆਨ ਦੇ ਦਿੰਦੇ ਹੋ, ਇੱਕ ਲੀਡਰ ਇੱਕ ਬਾਰੇ ਕੋਈ ਚੱਜ ਦਾ ਬਿਆਨ ਵੀ ਦੇ ਦਿੰਦਾ, ਦੂਜੇ ਚਾਰ ਦੂਜਾ ਦੇ ਦਿੰਦੇ ਨੇ, ਤੀਜਾ। ਉਹਨਾਂ ਇਹੋ ਜਿਹਾ ਰੋਲ ਘਚੋਲਾ ਪੈਂਦਾ, ਨਾ ਉਹਨਾਂ ਦੇ ਵਰਕਰਾਂ ਨੂੰ ਨਾ ਕਿਸੇ ਨੂੰ। ਮੇਰਾ ਖਿਆਲ ਹੈ ਜਿਹੜੀ ਅੰਦਰੂਨੀ ਸਟ੍ਰੈਟਜੀ ਹੈ ਉਹ ਉਹਦੇ ਤੇ ਕੰਮ ਕਰਦੇ ਨੇ, ਪਬਲਿਕ ਕੰਜੰਪਸ਼ਨ ਲਈ ਜੋ ਬਿਆਨ ਦਿੱਤਾ ਜਾਂਦਾ ਉਹ ਹੋਰ ਹੁੰਦਾ। ਤੁਸੀਂ ਦੇਖੋ ਇਹਦੇ ਮੁਕਾਬਲੇ ਤਾਂ ਪੈਰਲਲ ਮਹਾ ਪੰਜਾਬ ਦਾ ਵਰਤ ਤੇ ਇੱਕ ਮੁਕਾਬਲੇ ਤੇ ਪੰਜਾਬੀ ਸੂਬੇ ਦੀ ਇੱਕ ਗੱਲ, ਤੇ ਜਦੋਂ ਗਵਰਨਮੈਂਟ ਆਫ ਇੰਡੀਆ ਦੀ ਇੱਕ ਪਾਲਿਸੀ ਵੀ ਸੀ, ਭਾਸ਼ਾ ਦੇ ਆਧਾਰ ਤੇ ਸੂਬੇ ਬਣ ਰਹੇ ਸੀ, ਤਾਂ ਜਨਸੰਘ ਦੇ ਆਗੂਆਂ ਨੇ, ਬਲਰਾਮ ਜੀ ਦਾਸ ਟੰਡਨ ਸਭ ਤੋਂ ਬੜੇ ਆਗੂ, ਜਿਹੜੇ 57 ਚ ਐਮਐਲਏ ਸੀ ਉਦੋਂ, ਗੱਲ ਐ ਨਹੀਂ ਕਿ ਉਦੋਂ ਪਹਿਲਾਂ ਸੀ, ਉਹ 61 ਦੀ ਮਰਦਮਸ਼ੁਮਾਰੀ ਉਦੋਂ ਬਾਅਦ ਆਈ ਹੈ। ਪੰਜਾਬੀ ਸੂਬੇ ਦਾ ਮੋਰਚਾ ਵੀ ਉਹਨਾਂ ਦਿਨਾਂ ਚ 55 56 57 ਤੋਂ ਸ਼ੁਰੂ ਹੋ ਗਿਆ ਸੀ, ਜਿਹੜਾ ਉਸ ਲੈਵਲ ਤੇ। ਤਾਂ ਉਸ ਮੋਰਚੇ ਦਾ ਵਿਰੋਧ ਕਰਨ ਲਈ ਪੈਰਲਲ ਮੋਰਚਾ। ਫਿਰ 67 ਦੀ ਗਵਰਨਮੈਂਟ ਇਸ ਕਰਕੇ ਹਿਲਦੀ ਹੈ ਕਿ ਉਹ ਪੰਜਾਬੀ ਨੂੰ ਮਾਤ ਭਾਸ਼ਾ ਦਾ ਦਰਜਾ ਇਕੱਲੇ ਤੌਰ ਤੇ ਦੇਣਾ, ਤੇ ਉਹ ਕਹਿੰਦੇ ਸੀ ਨਹੀਂ, ਹਿੰਦੀ ਵੀ ਮਾਤ ਭਾਸ਼ਾ ਸਾਡੀ ਹੈ ਤੇ ਹਿੰਦੀ ਮਾਤ ਭਾਸ਼ਾ ਦਾ ਦਰਜਾ ਦਿਓ, ਜਿੱਥੇ ਸਰਕਾਰ ਟੁੱਟਦੀ ਹੈ। ਇਹ ਜਿਹੜਾ ਰਿਕਾਰਡ ਤੇ ਤੁਹਾਡੀਆਂ ਗੱਲਾਂ ਨੇ, ਇਹਨਾਂ ਨੂੰ ਕੌਣ ਕਹੇਗਾ ਫਿਰ? ਇਹਨਾਂ ਨੂੰ ਕਿਵੇਂ ਗੱਲ ਕੀ? ਉਹ ਕੋਈ ਤੁਹਾਡੇ ਬੇਲਗਾਮ ਲੀਡਰ ਤਾਂ ਨਹੀਂ ਸੀ, ਆਗੂ ਸੀ ਉਹਨਾਂ ਦਿਨਾਂ ਦੇ, ਜਿਹੜੇ ਪ੍ਰੈਕਟੀਕਲ ਪੰਜਾਬ 'ਚ ਵਿਚਰਦੇ ਸੀ, ਪ੍ਰੈਕਟੀਕਲ ਪੋਲਿਟਿਕਸ ਤਾਂ ਉਹ ਕਰ ਰਹੇ ਸੀ ਨਾ। ਉਹਦੇ ਨਾਲ ਲੋਕਾਂ ਦੀ ਧਾਰਨਾ ਬਣਨੀ ਹੈ, ਫਿਰ ਤੁਸੀਂ ਉਹਨੂੰ ਬਾਈਪਾਸ ਨਹੀਂ ਕਰ ਸਕਦੇ। ਜਾਂ ਤਾਂ ਉਹਨੂੰ ਸੋਧ ਲਓ ਵੀ ਉਦੋਂ ਗਲਤੀ ਹੋਈ, ਕੋਈ ਗੱਲ ਨਹੀਂ, ਕਿਸੇ ਲੀਡਰ ਨੇ ਗਲਤੀ ਨਹੀਂ ਕੀਤੀ, ਸੰਸਥਾ ਤੋਂ ਬਿਨਾਂ ਇਹ ਤਾਂ ਡਿਸਪਲਿਨ ਤੇ ਰਹਿ ਬਹੁਤ ਜ਼ਿਆਦਾ। ਇਹਦੇ ਤਾਂ ਕਹਿੰਦੇ ਨੇ ਪੱਤਾ ਨਹੀਂ ਹਿਲਦਾ, ਇੱਧਰ ਉੱਧਰ ਬੰਦਾ ਉਹ ਨਹੀਂ ਜਾਂਦਾ ਬਿਨਾਂ ਕਹੇ। ਜੇ ਤਾਂ ਇਹੋ ਜਿਹਾ ਕੋਈ ਹੋਵੇ ਆਮੀ ਆਪਣੇ ਵਾਲੇ ਪੰਥ ਵਰਗਾ ਵੀ ਜਿਹੜਾ ਕਹੇ ਨਾ ਵੀ ਯਾਰ ਚਾਰ ਇੱਧਰ ਚੱਲ ਪਏ ਹੋਣਗੇ, ਚਾਰ ਇੱਧਰ ਚੱਲ ਪਏ ਹੋਣਗੇ, ਉਹ ਮਾਮਲਾ ਨਹੀਂ ਹੈ। ਇਹ ਰਿਕਾਰਡਡ ਗੱਲਾਂ ਉਦੋਂ ਬਾਅਦ ਨੇ, ਔਰ ਬੰਦੇ ਇੱਕ ਦਿਨ ਦੋ ਦਿਨ ਮੋਰਚਾ ਨਹੀਂ ਚੱਲਿਆ, ਮਹੀਨਿਆਂ ਬੱਧੀ ਚੱਲਿਆ। ਔਰ ਉਹ ਬਕਾਇਦਾ ਉਹਦੀਆਂ ਖਬਰਾਂ ਨੇ, ਅਖਬਾਰਾਂ 'ਚ ਨੇ, ਟ੍ਰਿਬਿਊਨ ਪੁਰਾਣੇ ਚੱਕ ਲਓ, ਜਦੋਂ ਦੇ ਅਖਬਾਰ ਉਦੋਂ ਦੇ ਛਪਦੇ ਨੇ, ਸਾਰਿਆਂ ਦੇ ਵਿੱਚ ਉਹ ਚੀਜ਼ਾਂ ਲਿਖੀਆਂ ਹੋਈਆਂ ਨੇ, ਫੋਟੋਆਂ ਛਪ ਰਹੀਆਂ। ਮੈਂ ਹੁਣ ਆਖਰੀ ਮੁੱਦੇ ਤੇ ਜਾਊਂਗਾ। ਵੈਸੇ ਤਾਂ ਇਹ ਇੱਕ ਵੱਡੀ ਬਹਿਸ ਦਾ ਹਿੱਸਾ ਹੋਣਾ ਚਾਹੀਦਾ। ਇਹਦੇ ਵਿੱਚ ਅਸੀਂ ਵਿਦਵਾਨ ਲੋਕ ਲਵਾਂਗੇ ਜਿਹੜੇ ਵੱਖ-ਵੱਖ ਸੁਰ ਦੇ, ਵੱਖ-ਵੱਖ ਵਿਚਾਰ ਦੇ ਹੋਣ। ਇਹਦੇ ਤੇ ਗੱਲ ਅੱਗੇ ਵਧਣੀ ਚਾਹੀਦੀ ਹੈ। ਸਵਾਲ ਇਹ ਹੈ ਕਿ
ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਔਰ ਕੇਂਦਰ ਦੇ ਵਿੱਚ ਅੱਜ ਕੱਲ ਇੱਕ ਠੰਡੀ ਜੀ ਜੰਗ ਚੱਲਦੀ। ਇਹਦੀ ਦਿਲਚਸਪੀ ਹੋਰ ਇਸ ਕਰਕੇ ਬਣ ਗਈ ਕਿ ਆਰ.ਐਸ. ਸੋਢੀ, ਜਸਟਿਸ ਆਰ.ਐਸ. ਸੋਢੀ, ਉਹ ਆਮ ਤੌਰ ਤੇ ਵਿਵਾਕ ਬੋਲਬਾਣੀ ਕਰਕੇ ਜਾਣੇ ਜਾਂਦੇ ਆ। ਮੈਂ ਵੀ ਕਈ ਵਾਰੀ ਉਹਨਾਂ ਨਾਲ ਉਹਨਾਂ ਦਾ ਸੰਗ ਮਾਣਿਆ, ਟੈਲੀਫੋਨਿਕਲੀ ਉਹਨਾਂ ਨੂੰ ਇੰਟਰਵਿਊ 'ਚ ਵੀ ਲਿਆ। ਜਦੋਂ ਗੱਲ ਕਰਦੇ ਆ ਤੇ ਫਿਰ ਲਿਹਾਜ਼ ਨਹੀਂ ਰੱਖਦੇ, ਜਜ਼ਬਾਤੀ ਵੀ ਬਹੁਤ ਨੇ ਔਰ ਸਿਆਣੇ ਵੀ ਬੜੇ ਨੇ, ਫੈਸਲੇ ਵੀ ਉਹਨਾਂ ਨੇ ਬੜੇ ਅਹਿਮ ਕੀਤੇ ਨੇ। ਇਹ ਉਹੀ ਜਸਟਿਸ ਆਰ.ਐਸ. ਸੋਢੀ ਨੇ ਜਦੋਂ ਇਹ ਵਕੀਲ ਹੁੰਦੇ ਸੀ, ਤੁਹਾਨੂੰ ਯਾਦ ਹੋਣਾ ਏਸ਼ੀਅਨ ਗੇਮਸ ਦੇ ਵਿੱਚ ਭਜਨ ਲਾਲ ਨੇ ਸਿੱਖਾਂ ਨੂੰ ਬੜਾ ਜਲੀਲ ਕਰਵਾਇਆ ਸੀ ਰਾਹਾਂ ਰਸਤਿਆਂ ਦੇ ਵਿੱਚ, ਬੱਸਾਂ ਦੇ ਵਿੱਚ, ਟ੍ਰੇਨਾਂ 'ਚ। ਇਹਨਾਂ ਨੇ ਕੇਸ ਸੁਪਰੀਮ ਕੋਰਟ ਤੱਕ ਜਾ ਕੇ ਉਹ ਲੜਿਆ ਤੇ ਜਿਹਦੇ ਵਿੱਚ ਭਜਨ ਲਾਲ ਨੂੰ ਮਾਫੀ ਮੰਗਣੀ ਪਈ ਸੀ, ਜੇ ਮੈਂ ਗਲਤ ਨਹੀਂ, ਜੇ ਮੈਂ ਗਲਤ ਹੋਵਾਂ ਤੇ ਅਲੱਗ ਗੱਲ ਆ, ਉਹਦੇ ਲਈ ਮਾਫੀ ਅਗਾਉਂ। ਲੇਕਿਨ ਇਹਦੇ ਵਿੱਚ ਜਾ ਕੇ ਮੰਨਣਾ ਪਿਆ ਸੀ। ਸੁਪਰੀਮ ਕੋਰਟ 'ਚ ਬੜੀਆਂ ਸਖਤ ਟਿੱਪਣੀਆਂ ਆਈਆਂ ਸੀ, ਉਹਨਾਂ ਨੇ ਇਹ ਕੇਸ ਲੜਿਆ ਸੀ। ਔਰ ਸਤਵੰਤ ਸਿੰਘ ਦਾ ਕੇਸ ਵੀ ਇਹਨਾਂ ਨੇ ਹੀ ਲੜਿਆ ਸੀਗਾ। ਔਰ ਇਹ ਮੈਂ ਜਦੋਂ ਜ਼ਿਕਰ ਕਰ ਰਿਹਾ ਸਰਦਾਰ ਹਰਮੀਤ ਸਿੰਘ ਜੀ, ਕਿਰਨ ਰਜੀਜੂ ਦਾ, ਉਹਨਾਂ ਨੇ ਇਹਨਾਂ ਦੇ ਟਵੀਟ ਨੂੰ ਵੀ ਰੀਟਵੀਟ ਕੀਤਾ ਸੀ ਜਦੋਂ ਸੁਪਰੀਮ ਕੋਰਟ ਦੇ ਮਾਮਲਿਆਂ 'ਚ ਜਸਟਿਸ ਆਰ.ਐਸ. ਸੋਢੀ ਕੁਝ ਕਹਿ ਰਹੇ ਸੀ। ਬੀਤੇ ਦਿਨ ਕਾਨੂੰਨ ਮੰਤਰੀ ਇਹੀ ਰਜੀਜੂ ਸਾਹਿਬ ਉਹ ਕਹਿ ਰਹੇ ਨੇ ਕਿ ਪੋਲੀਟੀਸ਼ੀਅਨਸ ਨੂੰ ਲੋਕਾਂ ਪ੍ਰਤੀ ਜਵਾਬਦੇਹ ਹੋਣਾ ਪੈਂਦਾ, ਸਾਨੂੰ ਤਾਂ ਵੋਟਾਂ ਲੈਣੀਆਂ ਪੈਂਦੀਆਂ, ਲੋਕਾਂ ਕੋਲ ਵਾਰ-ਵਾਰ ਜਾਣਾ ਪੈਂਦਾ, ਜੁਡੀਸ਼ਰੀ ਨੂੰ ਥੋੜਾ ਜਾਣਾ ਪੈਂਦਾ। ਤੇ ਅੱਜ ਫੇਰ ਦਿਨ ਵੇਲੇ ਉਹ ਇੱਕ ਵਾਰੀ ਕਾਫੀ ਸਖਤ ਰੁਖ ਅਖਤਿਆਰ ਕਰ ਰਹੇ ਆ ਇਸ ਕਸ਼ਮਕਸ਼ ਦੇ ਦਰਮਿਆਨ। ਇਹ ਸਾਰੀਆਂ ਚੀਜ਼ਾਂ ਨੂੰ ਇਕੱਠਿਆਂ ਕਲੱਬ ਕਰਕੇ ਅੱਗੇ ਤੋਰਿਓ ਜ਼ਰਾ। ਔਰ ਇਹ ਲਗਾਤਾਰ ਅਸਲ ਦੇ ਵਿੱਚ ਸੁਪਰੀਮ ਕੋਰਟ ਵਰਸਜ ਕਾਰਜਪਾਲਿਕਾ ਜਾਂ ਜਿਹਨੂੰ ਆਪਾਂ ਕਹੀਏ ਕਿ ਸਰਕਾਰ, ਉਹਦੇ ਵਿੱਚ ਲਗਾਤਾਰ ਤਣਾਅ ਵਾਲੀ ਸਥਿਤੀ ਨਜ਼ਰ ਆ ਰਹੀ ਹੈ। ਔਰ ਉਹ ਤਣਾਅ ਵਾਲੀ ਸਥਿਤੀ ਨੂੰ ਕੋਈ ਰੋਕਣ ਦਾ ਜਾਂ ਉਹਨੂੰ ਮੈਨੇਜ ਕਰਨ ਦਾ ਜਾਂ ਉਹਨੂੰ ਠੀਕ ਰਸਤੇ ਪਾਉਣ ਦਾ ਮੇਰਾ ਕਹਿੰਦਾ ਬੰਦੋਬਸਤ ਵੀ ਨਹੀਂ ਹੋ ਰਿਹਾ। ਜਿਵੇਂ ਇੱਕ ਪਾਸੇ ਇੱਕ ਪਲੇਅਰ ਛੱਡਿਆ ਹੀ ਹੋਇਆ, ਰਿਜੀਜੂ ਵੀ ਕਾਨੂੰਨ ਮੰਤਰੀ ਤੋਂ ਰੋਜ਼ ਚੱਕਿਆ ਕਰ ਕੰਮ, ਤੇ ਜਿਹੜੇ ਸੀਨੀਅਰ ਲੈਵਲ ਤੇ ਜਿਹੜੇ ਇੱਕ ਗੱਲ ਹੁੰਦੀ ਆ ਬੈਠ ਕੇ ਕਿ ਇਹਦੇ ਨਾਲ ਮਜ਼ਾਕ ਬਣਦਾ ਕੰਟਰੀ ਦਾ, ਕੰਟਰੀ ਦੀਆਂ ਸੰਸਥਾਵਾਂ ਦਾ, ਕੰਟਰੀ ਦੇ ਵਿੱਚ ਇੱਕ ਇਸ ਲੈਵਲ ਦਾ ਮਾਹੌਲ ਹੈ। ਦੁਨੀਆ ਵੀ ਤਾਂ ਦੇਖਦੀ ਹੈ ਨਾ ਤੁਹਾਡੇ ਸਾਰੇ ਸੈਟਅਪ ਨੂੰ, ਜੋ ਤੁਸੀਂ ਚੀਜ਼ਾਂ ਰੋਜ਼ ਕਹਿੰਦੇ ਹੋ। ਹੁਣ ਜਿਹੜਾ ਤਾਜ਼ਾ ਬਿਆਨ ਹੈ ਰਿਜੀਜੂ ਸਾਹਿਬ, ਉਹ ਕਹਿ ਰਹੇ ਨੇ ਗੱਲ ਕੋਈ ਹੋਰ ਹੁੰਦੀ ਹੈ, ਵਿੱਚ ਜ਼ਰੂਰ ਆ ਜਾਂਦੀ ਹੈ ਨਾ ਜਦੋਂ ਉਹਨੇ ਬੋਲਣਾ, ਰੋਜ਼ ਇੱਕ ਗੱਲ ਤੇ ਬੋਲਣਾ। ਨਾਲ ਅੱਜ ਵੀ ਉਹਨਾਂ ਨੇ ਇਹ ਕਹਿਤਾ ਸਗੋਂ ਵੀ ਡਿਟੇਲ ਚ ਕਦੇ ਫਿਰ ਗੱਲ ਕਰੂੰਗਾ, ਰਸਤਾ ਰੱਖ ਲਿਆ, ਅਜੇ ਅੱਜ ਬੰਦ ਨਹੀਂ ਹੋਇਆ। ਅੱਜ ਵਾਲਾ ਤਾਂ ਇੱਕ ਗੱਲ ਹੈ, ਉਹ ਕਹਿੰਦੇ ਨੇ ਵੀ ਰਾ ਅਤੇ ਆਈਪੀ ਇਹਦੀਆਂ ਰਿਪੋਰਟਾਂ ਜਿਹੜੀਆਂ ਸੀ, ਜਦੋਂ ਇਹ ਸੁਪਰੀਮ ਕੋਰਟ ਨੂੰ ਕਹੀ ਗਏ ਕਿ ਆਹ 5 ਜੱਜ ਅਸੀਂ ਨਹੀਂ ਚਾਹੁੰਦੇ ਹਾਈ ਕੋਰਟਾਂ ਦੇ ਤੁਹਾਡੇ ਕਿ ਇਹ ਲੱਗਣ, ਤੇ ਸੁਪਰੀਮ ਕੋਰਟ ਨੇ ਇਹਨਾਂ ਨੂੰ ਕਿਹਾ ਅੰਦਰ ਖਾਤੇ ਬਥੇਰੀ ਵਾਰੀ ਕਿ ਨਹੀਂ ਇਹ ਲੱਗਣਗੇ, ਇਹਨਾਂ 'ਚ ਕੋਈ ਇਹੋ ਜਿਹੀ ਗੱਲ ਨਹੀਂ, ਤੁਸੀਂ ਕਾਲਜੀਅਮ ਦੀ ਗੱਲ ਮੰਨੋ, ਹਜੇ ਤੱਕ ਸਾਡੇ ਇਹੀ ਸਿਸਟਮ ਹੈ, ਤੁਸੀਂ ਦਖਲਅੰਦਾਜ਼ੀ ਮਤ ਕਰੋ। ਪਰ ਉਹ ਨਹੀਂ ਹਟੇ ਤਾਂ ਸੁਪਰੀਮ ਕੋਰਟ ਨੇ ਚੱਕ ਕੇ ਆਪਣੀ ਸਾਈਟ ਤੇ ਪਾਤੇ ਵੀ ਗਵਰਨਮੈਂਟ ਕੀ ਕਹਿੰਦੀ ਹੈ, ਆਹ ਏਜੰਸੀਆਂ ਦੀ ਰਿਕਮੈਂਡੇਸ਼ਨ ਹੈ, ਉਹਨਾਂ ਜੱਜਾਂ ਬਾਰੇ ਰਿਕਮੈਂਡੇਸ਼ਨ ਕੀ ਹੈ, ਉਹ ਕਿਵੇਂ ਗਲਤ ਹੈ, ਅਸੀਂ ਕਿਉਂ ਨਹੀਂ ਮੰਨ ਰਹੇ ਉਸ ਨੂੰ। ਮੈਨੂੰ ਤਾਂ ਲੱਗਦਾ ਉਹ ਜ਼ਿਆਦਾ ਜਵਾਬਦੇਹ ਹੋ ਗਏ ਲੋਕਾਂ ਪ੍ਰਤੀ, ਸਗੋਂ ਕਿ ਲੋਕਾਂ ਨੂੰ ਤਾਂ ਦੱਸਦਾ ਨਾ ਭਾਈ ਇਹਨਾਂ ਦੀ ਰਿਕਮੈਂਡੇਸ਼ਨ ਆਏ, ਸਾਡੀ ਆਏ, ਤੁਸੀਂ ਅੰਦਾਜ਼ਾ ਲਾ ਲਓ ਜੋ ਵੀ ਤੁਹਾਨੂੰ ਠੀਕ ਲੱਗਦਾ। ਨਹੀਂ, ਟਰਾਂਸਪੇਰੈਂਸੀ ਸਰਦਾਰ ਹਰਮੀਤ ਸਿੰਘ ਜੀ, ਟਰਾਂਸਪੇਰੈਂਸੀ ਦੀ ਗੱਲ ਤਾਂ ਮੁੱਢ ਕਦੀਮੋਂ ਕਰਦੀ ਆ ਰਹੀ ਸੁਪਰੀਮ ਕੋਰਟ, ਔਰ ਪਿਛਲੇ ਦਿਨਾਂ ਦੇ ਵਿੱਚ ਮਾਮਲਿਆਂ ਦੀ ਸੁਣਵਾਈ ਲਾਈਵ ਵੀ ਹੋਈ ਹੈ। ਤੇ ਜੇਕਰ ਵੈਬਸਾਈਟਸ ਬਣਾਈਆਂ ਗਈਆਂ, ਹਰ ਫੈਸਲੇ ਨੂੰ ਉੱਤੇ ਪਾਇਆ ਜਾਂਦਾ, ਤੇ ਜੇਕਰ ਕਿਤੇ ਵਿਵਾਦ ਹੈ ਤੇ ਪਬਲਿਕ ਡੋਮੇਨ 'ਚ ਰੱਖਤਾ, ਉਹ ਤੇ ਬਹੁਤ ਚੰਗਾ ਹੋਇਆ। ਸਗੋਂ ਉਹ ਤਾਂ ਮੈਨੂੰ ਲੱਗਦਾ ਕਿ ਮੁੱਖ ਧਾਰਾ ਦੀ ਗੱਲ ਹੋਗੀ। ਬਿਲਕੁਲ ਲੱਗਦਾ ਤਾਂ ਇਹੀ ਹੈ, ਪਰ ਉਹ ਰਿਜੀਜੂ ਜੀ ਇਹ ਕਹਿੰਦੇ ਨੇ ਕਿ ਇਹਨਾਂ ਨੇ ਪਹਿਲੀ ਵਾਰ ਅੱਗੇ ਲਈ ਵੱਡਾ ਖਤਰਾ ਖੜਾ ਕਰਤਾ। ਕੱਲ ਨੂੰ ਕੌਣ ਖਤਰਾ ਮੁੱਲ ਲਊਗਾ ਕਿਸੇ ਬਾਰੇ ਕੋਈ ਬਿਆਨ ਦੇਣ ਦਾ, ਕਿਸੇ ਬਾਰੇ ਰਿਪੋਰਟ ਬਣਾਉਣ ਦਾ, ਜਦੋਂ ਸਾਹਮਣੇ ਆ ਜਾਣੀ ਹੈ ਅਧਿਕਾਰੀ ਡਰਨ ਲੱਗ ਜਾਣਗੇ ਜਾਂ ਕੁਝ ਹੋਰ ਹੋ ਜਾਊਗਾ। ਉਹ ਸਾਰੀਆਂ ਚੀਜ਼ਾਂ ਮਤਲਬ ਤੁਸੀਂ ਹੋਰ ਪਾਸੇ ਲਿਜਾ ਰਹੇ ਹੋ। ਔਰ ਜਿਹਦੀ ਜਿਹੜੀ ਜ਼ਿੰਮੇਵਾਰੀ ਹੈ, ਜੇ ਮੰਨ ਲਓ ਰਾਹ ਤੋਂ ਪੁੱਛਿਆ, ਜੇ ਕਿਸੇ ਅਫਸਰ ਤੋਂ ਜਾਂ ਕਿਸੇ ਆਈਬੀ ਤੋਂ, ਉਹਨੇ ਤਾਂ ਆਪਦਾ ਰਿਕਾਰਡ ਤੇ ਦਰਜ ਕਰਨਾ ਨਾ ਕਿ ਜੋ ਮੈਨੂੰ ਲੱਗਦਾ ਮੇਰੇ ਤੱਥ ਨੇ, ਆਹ ਚੀਜ਼ਾਂ ਨੇ, ਮੈਂ ਆਹ ਕਹਿਣਾ ਚਾਹੁੰਦਾ। ਉਹ ਬਾਕੀ ਡਿਸੀਜਨ ਮੇਕਿੰਗ ਜਿਹਦੇ ਕੋਲ ਪਾਵਰ ਹੁੰਦੀ ਆ, ਉਹਨੇ ਦੇਖਣਾ ਹੁੰਦਾ ਕਿ ਠੀਕ ਹੈ ਕੀ ਹੈ ਗਲਤ ਹੈ। ਹੁਣ ਤੁਸੀਂ ਉਹ ਇੰਟਰਸਟਿੰਗ ਗੱਲਾਂ ਕੀ ਨੇ, 2 ਜੱਜਾਂ ਦਾ ਤਾਂ ਉਹਨਾਂ ਨੇ ਐਵੇਂ ਨਿਪਟਾਤਾ ਸੁਪਰੀਮ ਕੋਰਟ ਨੇ ਕਿ ਬਾਰ-ਬਾਰ ਉਹੀ ਤੁਹਾਡੀਆਂ ਸ਼ਿਕਾਇਤਾਂ ਨੇ, ਉਹੀ ਤੁਹਾਡੇ ਗੱਲ ਨੇ, ਇਸ ਲਈ ਮੰਨਣ ਯੋਗ ਨਹੀਂ ਹੈ ਨਾ, ਨਵੀਂ ਕੋਈ ਗੱਲ ਨਹੀਂ ਇਹਦੇ 'ਚ। ਤਾਂ 3 ਜੱਜਾਂ ਤੇ ਮਾਮਲਾ ਫਸ ਗਿਆ। ਸੌਰਭ ਕਿਰਪਾਲ ਜੱਜ ਸੀਗੇ, ਮਤਲਬ ਜਿਹੜੇ ਦਿੱਲੀ ਹਾਈ ਕੋਰਟ ਦੇ ਵਾਸਤੇ ਲੱਗੇ ਸੀ, ਉਹਦੇ ਬਾਰੇ ਕੀ ਕਿਹਾ ਤੁਸੀਂ ਦੇਖੋ। ਉਹਦੇ 'ਚ ਮੇਨ ਕਮੈਂਟ ਉਹਨਾਂ ਨੇ ਐ ਨਹੀਂ ਪਾਤੀਆਂ ਫੁੱਲ ਰਿਪੋਰਟਾਂ, ਉਹਨਾਂ ਨੇ ਕਮੈਂਟ ਪਾਏ ਨੇ ਕਿ ਗਵਰਨਮੈਂਟ ਦਾ ਵਿਊ ਕੀ ਹੈ, ਗਵਰਨਮੈਂਟ ਦਾ ਵਿਊ ਪਵਾਇਆ ਉਹਨਾਂ ਨੇ। ਕੋਈ ਰਾਹ ਆਈਪੀ ਮੇਰੇ ਇਹ ਨਹੀਂ ਕਹਿ ਕੇ ਪਾਇਆ ਹੋਇਆ, ਗਵਰਨਮੈਂਟ ਦੇ ਵਿਊ ਦੇ ਤੌਰ ਤੇ ਪਾਇਆ। ਗਵਰਨਮੈਂਟ ਇਹ ਕਹਿੰਦੀ ਹੈ ਕਿ ਇਹ ਜਿਹੜੇ ਜੱਜ ਨੇ ਸੌਰਭ ਕਿਰਪਾਲ, ਇਹ ਗੇ ਨੇ,
ਮਤਲਬ ਇਹ ਹੈ ਕਿ ਸੇਮ ਸੈਕਸ ਵਾਲੀ ਆਕਰਸ਼ਿਤ ਨੇ ਜਾਂ ਬਾਕੀ ਨੇ ਜੋ ਵੀ ਚੀਜ਼ਾਂ ਸਾਡੇ, ਔਰ ਉਹ ਕਾਨੂੰਨੀ ਹੈ, ਉਹਨਾਂ ਨੂੰ ਵਿਆਹ ਕਰਾਉਣ ਦਾ ਵੀ ਰਾਈਟ ਹੈ, ਸਾਡੇ ਕਾਨੂੰਨ ਨੇ ਦਿੱਤਾ ਹੈ, ਕੋਈ ਇਹੋ ਜਿਹੀ ਗੱਲ ਵੀ ਨਹੀਂ, ਕੋਈ ਇਹੋ ਜਿਹਾ ਕੰਮ ਕਰ ਰਹੇ ਨੇ। ਤੇ ਨਾਲ ਉਹ ਕਹਿੰਦੇ ਜਿਹੜੇ ਉਹਨਾਂ ਦਾ ਪਾਰਟਨਰ ਹੈ ਉਹ ਸਵਿਟਜ਼ਰਲੈਂਡ ਦਾ, ਸਵਿਸ ਹੈ। ਤੇ ਇਸ ਕਰਕੇ ਇੱਕ ਤਾਂ ਕਾਰਨ ਇਹ ਲਾਇਆ ਉਹਦੇ ਤੇ ਕਿ ਕੱਲ ਨੂੰ ਇਹ ਜੱਜ ਬਣ ਕੇ ਆਪਦੇ ਜਿਹੜੇ ਉਹ ਮੰਗਾ ਕਰ ਰਹੇ ਨੇ, ਜਿਹੜੀ ਉਹ ਕਮਿਊਨਿਟੀ ਮੰਗਾ ਕਰ ਰਹੀ ਹੈ, ਉਹਦੇ ਵੱਲ ਝੁਕਾਅ ਹੋ ਰਹਿ ਸਕਦਾ ਇਹਨਾਂ ਦਾ ਜੇ ਇਹ ਲੱਗਣਗੇ ਤਾਂ। ਦੂਜਾ ਕਹਿੰਦੇ ਨੇ ਕਿ ਉਹ ਜਿਹੜਾ ਪਾਰਟਨਰ ਵਿਦੇਸ਼ੀ ਹੈ ਨਾ ਦਾ, ਉਹ ਪ੍ਰੋਬਲਮ ਕ੍ਰੀਏਟ ਹੋ ਸਕਦੀ ਹੈ ਕਿਤੇ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਤਾਂ ਸੁਪਰੀਮ ਕੋਰਟ ਕੀ ਕਹਿੰਦੀ ਹੈ? ਸੁਪਰੀਮ ਕੋਰਟ ਇਹ ਕਹਿੰਦੀ ਹੈ ਕਿ ਕਿਸੇ ਦੇ ਵੀ ਸੈਕਸ਼ੂਅਲ ਓਰੀਏਂਟੇਸ਼ਨ ਕਰਕੇ ਕੋਈ ਔਰਤ ਹੈ, ਕੋਈ ਮਰਦ ਹੈ, ਕੋਈ ਬਾਕੀ ਹੈ, ਕੱਲ ਨੂੰ ਤਾਂ ਫਿਰ ਉਹ ਨਹੀਂ ਆਪਣੇ ਆਪਣੇ ਤਬਕਿਆਂ ਵੱਲ ਝੁਕਾਅ ਰੱਖ ਸਕਦੇ ਜੇ ਇਹ ਫੰਡਾ ਲਾਓਗੇ ਸਾਰਿਆਂ ਤੇ। ਤੇ ਇਹ ਸੰਵਿਧਾਨ ਦਾ ਫੰਡਾਮੈਂਟਲ ਰਾਈਟ ਹੈ ਕਿ ਉਹਨੇ ਕਿਹੜਾ ਧਰਮ, ਕਿਹੜਾ ਜਾਤ, ਕਿਹੜਾ ਤਰੀਕਾ ਅਪਣਾਉਣਾ ਹੈ, ਇਹ ਕੋਈ ਗੱਲ ਨਹੀਂ ਬਣਦੀ, ਕੋਈ ਆਧਾਰ ਨਹੀਂ। ਦੂਜੀ ਗੱਲ, ਉਹਦਾ ਪਾਰਟਨਰ ਵਿਦੇਸ਼ੀ ਹੈ। ਕਿੰਨੀਆਂ ਸੰਵਿਧਾਨਕ ਪੋਸਟਾਂ ਤੇ ਬੈਠਿਆਂ ਦੇ ਪਾਰਟਨਰ ਵਿਦੇਸ਼ੀ ਨੇ, ਸਾਨੂੰ ਪਤਾ ਹੈ। ਕੀ ਇਹ ਸਾਰੀਆਂ ਗੱਲਾਂ ਤੇ ਅੱਗੇ ਨੂੰ ਫਿਰ ਲਾ ਬਣ ਜਾਏਗਾ ਕਿ ਜਿਹਦਾ ਵਿਦੇਸ਼ੀ ਪਾਰਟਨਰ ਹੋਏਗਾ ਕੋਈ ਇੰਡੀਆ ਦੀ ਕਿਸੇ ਸੰਵਿਧਾਨਕ ਪੋਸਟ ਤੇ ਨਹੀਂ ਆ ਸਕੂਗਾ? ਤੇ ਤੁਸੀਂ ਔਨ ਦੀ ਹੋਲ ਅਕੋਰਡਿੰਗ ਟੂ ਲਾ ਚੱਲੋਗੇ ਨਾ ਕਿ ਐ ਕਰੋਗੇ ਕਿ ਵੀ ਇਸ ਲਈ ਕੋਈ ਗੱਲਾਂ ਨਹੀਂ ਬਣਦੀਆਂ। ਦੋਨਾਂ ਨੂੰ ਸੁੱਟਤਾ, ਸਾਡਾ ਜੱਜ ਹੈ, ਇਹ ਲੱਗੂਗਾ। ਇਹ ਵੈਸੇ ਇਹਦੀ ਕਹਿੰਦੇ ਅਸੀਂ ਵੀ ਜਾਂਚ ਕੀਤੀ ਹੈ, ਇਹਦੀ ਇੰਟੈਗਰਿਟੀ, ਇਹਦੀ ਇੰਟੈਲੀਜੈਂਸ, ਜੱਜ ਬਣਨ ਦੀ ਕਾਬਲੀਅਤ, ਉਹਦੀ ਅਸੀਂ ਤਸਦੀਕ ਕਰਦੇ ਆ। ਤੁਹਾਡੇ ਵਾਲੇ ਜਿਹੜੇ ਦੋ ਲੌਜਿਕ ਨੇ ਉਹ ਮਾਨੇ ਨਹੀਂ ਰੱਖਦੇ। ਤੇ ਦੂਜੀ ਗੱਲ, ਦੂਜਾ ਜਿਹੜਾ ਜੱਜ ਲਾਉਣੇ ਸੀ ਬੰਬੇ ਹਾਈ ਕੋਰਟ ਦੇ ਵਿੱਚ, ਉਹ ਜੱਜ ਲਾਉਣੇ ਸੀ ਸੋਮੇਸ਼ਕਰਨ ਸੁੰਦਰ ਸੇਨ, ਉਹਨਾਂ ਦਾ ਨਾਂ ਹੈ। ਉਹਨਾਂ ਬਾਰੇ ਜੀ ਸਰਕਾਰ ਕਹਿੰਦੀ ਹੈ, ਸਰਕਾਰ ਜਾ ਕੇ ਕਹਿੰਦੀ ਹੈ ਕਿ ਇਹ ਜੱਜ ਜਿਹੜਾ ਹੈ ਇਹ ਵੱਖ-ਵੱਖ ਮੁੱਦਿਆਂ ਤੇ ਬੋਲਦਾ ਰਹਿੰਦਾ ਹੈ, ਸੋਸ਼ਲ ਮੀਡੀਆ ਤੇ ਵੀ ਆਪਣੀ ਰਾਏ ਰੱਖਦਾ ਹੈ, ਇਹਦੀ ਤਾਂ ਹਾਰਡ ਲਾਈਨ ਹੁੰਦੀ ਆ ਬਹੁਤ ਜ਼ਿਆਦਾ ਉਹਨਾਂ ਤੇ, ਇਸ ਕਰਕੇ ਇਹਨੂੰ ਨਹੀਂ ਲਾਉਣਾ ਚਾਹੀਦਾ। ਤਾਂ ਸੁਪਰੀਮ ਕੋਰਟ ਇਹ ਕਹਿੰਦੀ ਹੈ ਕਿ ਜੱਜ ਵਿਚਾਰਾਂ ਵਾਲੇ ਬੰਦੇ ਚਾਹੀਦੇ ਨੇ ਕਿ ਨਹੀਂ, ਇੰਟੈਲੀਜੈਂਟ ਬੰਦੇ ਚਾਹੀਦੇ ਨੇ, ਬੇਬਾਕੀ ਨਾਲ ਜਾਂ ਡਰਦੇ ਗੱਲ ਹੀ ਨਾ ਕਰਨ, ਕਿਹੋ ਜਿਹੇ ਚਾਹੀਦੇ ਨੇ। ਦੂਜੀ ਗੱਲ ਇਹ ਹੈ ਕਿ ਸੋਸ਼ਲ ਮੀਡੀਆ ਤੇ ਆਪਣੇ ਵਿਚਾਰ ਪ੍ਰਗਟ ਕਰਨਾ ਫੰਡਾਮੈਂਟਲ ਰਾਈਟ ਹੈ, ਆਰਟੀਕਲ 19(1) ਦੇ ਤਹਿਤ ਕਾਨਸਟੀਟਿਊਸ਼ਨ ਚ। ਤਾਂ ਉਹ ਕਿਸੇ ਵਕੀਲ ਨੂੰ ਵੀ ਹੈ, ਜਦੋਂ ਵਕੀਲ ਸੀਗਾ, ਅੱਜ ਤਾਂ ਜੱਜ ਬਣਾਉਣਾ ਹੈ ਨਾ ਉਹਨੂੰ, ਤਾਂ ਹਰ ਨਾਗਰਿਕ ਨੂੰ ਹੈ। ਉਹਨੇ ਕਿਹੋ ਜੀ ਇਹ ਜੀ ਗੱਲ ਕਰਤੀ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਅਨੋਖੀ ਗੱਲ ਹੈ, ਉਹਨੂੰ ਜੱਜ ਨਹੀਂ ਲਾਇਆ ਜਾ ਸਕਦਾ। ਤੀਜਾ ਜੱਜ ਜਿਹੜਾ ਉਹਨਾਂ ਨੇ ਲਾਇਆ ਮਦਰਾਸ ਹਾਈ ਕੋਰਟ ਦਾ, ਜਿਹਨੂੰ ਕਿਹਾ ਕਿ ਅੱਗੇ ਜਾਣ ਦਿਓ, ਉਸੇ ਤਰੀਕੇ ਦੇ ਨਾਲ ਚੱਲਣ ਦਿਓ, ਜੌਹਨ ਸਾਥੀਆਂ, ਉਹਦੇ ਤੇ ਅਜੀਬ ਕਿਸਮ ਦਾ ਐਲੀਗੇਸ਼ਨ ਲਾਇਆ ਗਵਰਨਮੈਂਟ ਨੇ। ਉਹ ਕਹਿੰਦੇ ਵੀ ਇੱਕ ਤਾਂ ਪ੍ਰਧਾਨ ਮੰਤਰੀ ਦੇ ਖਿਲਾਫ ਇੱਕ ਪੋਸਟ ਸੀ ਸੋਸ਼ਲ ਮੀਡੀਆ ਤੇ, ਉਹਨੇ ਉਹਨੂੰ ਸ਼ੇਅਰ ਕੀਤਾ, ਇਹ ਜੱਜ ਨੇ ਅੱਗੇ ਸ਼ੇਅਰ ਕੀਤੀ ਹੈ। ਦੂਜੀ ਗੱਲ, ਉਹ ਕਹਿੰਦੇ ਨੇ ਨੀਟ ਦੇ ਵਿੱਚ ਇੱਕ ਬੱਚਾ ਸੁਸਾਈਡ ਕਰ ਗਿਆ ਸੀ ਨੀਟ ਦੇ ਐਗਜ਼ਾਮ ਕਰਕੇ। ਇਹਨੂੰ ਉਹਨੇ ਕਿਹਾ ਕਿ ਸਾਰੀ ਪੋਲੀਟੀਕਲ ਤੰਤਰ ਦਾ ਜਿਹੜਾ ਭੁਗਤ ਰਹੇ ਨੇ ਬੱਚੇ ਸਾਡੇ ਜਿਹੜੇ ਗੇਮ, ਉਹ ਸੋਸ਼ਲ ਮੀਡੀਆ ਤੇ ਉਸ ਨੂੰ ਸ਼ੇਅਰ ਕੀਤਾ ਕਿ ਸਾਡਾ ਨਿਕੰਮਾ ਪੋਲੀਟੀਕਲ ਤੰਤਰ ਦੀ ਦੇਣ ਹੈ ਕਿ ਬੱਚੇ ਸੁਸਾਈਡ ਕਰ ਰਹੇ ਨੇ। ਇਹ ਜੱਜ ਨੂੰ ਲਿਖਣ ਦਾ, ਇਸ ਲਈ ਇਹ ਕਾਬਲ ਜੱਜ ਨਹੀਂ, ਇਹਨੂੰ ਨਹੀਂ ਲਾਇਆ ਜਾ ਸਕਦਾ। ਤੇ ਉਹ ਫਿਰ ਕਹਿੰਦੇ ਨੇ ਸੁਪਰੀਮ ਕੋਰਟ ਇਹ ਕਹਿ ਰਹੀ ਹੈ ਕਿ ਪ੍ਰਧਾਨ ਮੰਤਰੀ ਦੇ ਖਿਲਾਫ ਕੁਝ ਬੋਲਣਾ ਇਸ ਦੇਸ਼ 'ਚ ਗੁਨਾਹ ਨਹੀਂ ਹੈ। ਕੋਈ ਵੀ ਗੱਲ ਕਰਨਾ, ਕੋਈ ਪੋਸਟ ਸ਼ੇਅਰ ਕਰਨਾ, ਇਹ ਸੰਵਿਧਾਨ ਇੱਥੋਂ ਦਾ ਇਜਾਜ਼ਤ ਦਿੰਦਾ ਕਿ ਤੁਸੀਂ ਕਿਸੇ ਦੇ ਖਿਲਾਫ ਬੋਲ ਸਕਦੇ ਹੋ, ਆਪਣੀ ਰਾਏ ਰੱਖ ਸਕਦੇ ਹੋ। ਜੇ ਨੀਟ ਵਰਗੇ ਮਹੱਤਵਪੂਰਨ ਮੁੱਦੇ ਨੇ ਜਿਹੜੇ ਹੋਰ ਇਹੋ ਜਿਹੇ ਸੀਰੀਅਸ, ਤੇ ਜੱਜ ਤਾਂ ਸਗੋਂ ਜ਼ਿਆਦਾ ਸੈਂਸਿਟਿਵ ਹੈ। ਇਹਦਾ ਮਤਲਬ ਜੀ ਜਿਹੜਾ ਬੰਦਾ ਇਹੋ ਜਿਹੇ ਮੁੱਦਿਆਂ ਪ੍ਰਤੀ, ਸੋਸ਼ਲ ਮੁੱਦਿਆਂ ਪ੍ਰਤੀ ਚੌਕਸੀ ਰੱਖਦਾ ਹੈ, ਉਹਨੂੰ ਇਹ ਜ਼ਿੰਮੇਵਾਰੀ ਸਮਝਦਾ ਹੈ ਕਿ ਮੈਨੂੰ ਇਹ ਤੇ ਬੋਲਣਾ ਚਾਹੀਦਾ ਹੈ, ਉਹ ਤਾਂ ਹੋਰ ਵੀ ਜ਼ਿਆਦਾ ਠੀਕ ਹੈ। ਉਹਨਾਂ ਦੇ ਤਿੰਨੇ ਨਾਲ ਸਾਹਮਣ ਲਾ ਕੇ ਪੰਜਾਂ ਨੂੰ ਕਹਿਤਾ ਜੀ ਇਹ ਤਾਂ ਜਾਣਗੇ ਜੀ ਇਹੀ ਜੱਜ ਰਹਿਣ। ਹੁਣ ਸਰਕਾਰ ਤੰਗੀ ਚਾਹੇ ਬਣਾਉਣੇ ਤਾਂ ਪੈਣਗੇ, ਚਾਹੇ ਇੰਨਾ ਲੰਬਾ ਸਮਾਂ ਰੋਕ ਲਿਆ। 4 ਕਰੋੜ 90 ਲੱਖ ਮੁਕੱਦਮੇ ਪੈਂਡਿੰਗ ਪਏ ਨੇ ਅਦਾਲਤਾਂ ਦੇ ਵਿੱਚ। ਉਹ ਕਹਿੰਦੇ ਨੇ, ਸੁਪਰੀਮ ਕੋਰਟ ਇਹ ਕਹਿ ਰਹੀ ਹੈ ਕਿ ਸਰਕਾਰ ਜਿੰਨਾ ਟਾਈਮ ਲਾ ਰਹੀ ਹੈ ਵੱਡੇ ਪੱਧਰ ਦੇ ਉੱਤੇ ਜੱਜ ਦੇਣ ਦੇ ਵਿੱਚ, ਇਹਦੇ ਚ ਉਹਨਾਂ ਦੀ ਜ਼ਿੰਮੇਵਾਰੀ ਹੈ, ਔਰ ਇਹ ਉਸ ਲੈਵਲ ਦੀ ਨਹੀਂ ਕਰਨੀ ਚਾਹੀਦੀ। ਇਹ ਹੁਣ ਬਹੁਤ ਬੜੇ ਮੁੱਦੇ ਨੇ, ਕਾਨਸਟੀਟਿਊਸ਼ਨ ਮੁੱਦੇ ਨੇ। ਵੈਸੇ ਵੀ ਸਰਕਾਰ ਕੋਲ ਸਾਡੇ ਕਾਨਸਟੀਟਿਊਸ਼ਨ ਚ ਜਿਹੜੇ ਸੰਵਿਧਾਨ ਨਿਰਮਾਤਾ ਸੀ, ਸ਼ਾਇਦ ਇਸੇ ਕਰਕੇ ਇੰਨੀ ਕੁ ਫਰੀਡਮ ਜੱਜਾਂ ਨੂੰ ਦਿੱਤੀ ਗਈ ਸੀ ਕਿ ਜੱਜ ਅਪਾਇੰਟ ਕਰਨ ਤੇ ਉਹਨਾਂ ਨੂੰ ਹਟਾਉਣ ਦੀ ਵਿਧੀ ਇਹੋ ਜਿਹੀ ਹੋਣੀ ਚਾਹੀਦੀ ਹੈ ਕਿ ਉਹ ਕਿਸੇ ਦਬਾਅ ਹੇਠ ਨਾ ਆਉਣ, ਤਾਂ ਉਹ ਜਾ ਕੇ ਇੱਕ ਫੈਸਲਾ ਕਰ ਸਕਣਗੇ। ਪਰ ਜੇਕਰ ਕੋਈ ਜੱਜ ਬਹੁਤ ਹੀ ਆਊਟ ਆਫ ਵੇ ਜਾ ਕੇ, ਕੋਈ ਕਰਪਟ ਜੱਜ ਹੈ, ਕੋਈ ਸੰਵਿਧਾਨ ਦੀ ਉਲੰਘਣਾ ਕਰਦਾ ਹੈ, ਤਾਂ ਪਾਰਲੀਮੈਂਟ ਦੇ ਕੋਲ ਹੱਕ ਹੈ ਉਹਦੇ ਖਿਲਾਫ ਮਹਾਦੋਸ਼ ਚਲਾਉਣ ਦਾ। ਮਹਾਦੋਸ਼ ਚਲਾ ਦੇ, ਕੋਈ ਪਾਰਲੀਮੈਂਟ ਚਲਾ ਕੇ ਤਾਂ ਦੇਖੇ ਨਾ ਕਿ ਆਹ ਜੱਜ ਹੈ, ਇਹਦਾ ਆਹ ਲਿਆਂਦਾ ਸਾਡੇ ਸਾਹਮਣੇ ਰਿਕਾਰਡ ਹੈ, ਤੇ ਇਹਨੂੰ ਚੱਕ ਕੇ ਆਪਾਂ ਮਹਾਦੋਸ਼ ਲਾ ਦਿੰਦੇ ਆ। ਜਸਟਿਸ ਰਾਮਾ ਸਵਾਮੀ ਦੇ ਖਿਲਾਫ ਇੱਕ ਵਾਰ ਆਇਆ ਸੀਗਾ,
ਔਰ ਉਸ ਤੋਂ ਬਾਅਦ ਉੱਥੇ ਹੀ ਆ, ਉਹ ਵੀ ਸਿਰੇ ਜਾਂਦਾ ਜਾਂਦਾ ਚਰਚਾ ਹੋਣ ਤੋਂ ਬਾਅਦ ਵਾਪਸ ਲੈ ਲਿਆ ਸੀ, ਸਜ਼ਾ ਨਹੀਂ ਸੀ ਦਿੱਤੀ ਕੋਈ। ਔਰ ਜੇ ਗਵਰਨਮੈਂਟ ਇਹ ਚਾਹੇ ਕਿ ਤੁਹਾਡਾ ਕੋਈ ਕੰਟਰੋਲ ਹੋਵੇ ਤਾਂ ਪਾਰਲੀਮੈਂਟ ਦਾ, ਗਵਰਨਮੈਂਟ ਦਾ ਨਹੀਂ। ਉੱਥੇ ਮਹਾਦੋਸ਼ ਵੀ ਚਲਾਉਣਾ ਤਾਂ ਪਾਰਲੀਮੈਂਟ ਨੇ ਚਲਾਉਣਾ ਹੈ। ਇਸ ਲਈ ਕਾਰਜਪਾਲਿਕਾ ਦੇ ਹੱਥ 'ਚ ਸੁਪਰੀਮ ਕੋਰਟ ਦੀ ਘੰਟੀ ਹੋਵੇ, ਇਹਦੀ ਬਜਾਏ ਸੰਵਿਧਾਨ ਨਿਰਮਾਤਾਵਾ ਕਹਿੰਦੇ ਸੀ ਜੇ ਲੋੜ ਹੈ ਚੈੱਕ ਐਂਡ ਬੈਲੈਂਸ ਦੀ ਤਾਂ ਉਹ ਤੇ ਵਿਧਾਨ ਪਾਲਿਕਾ ਦੀ ਹੋਏਗੀ, ਭਾਈ ਸਾਹਿਬ ਤੁਹਾਡੀ ਨਹੀਂ ਹੋਏਗੀ। ਹੁਣ ਇਹ ਮਾਮਲਾ ਬਹੁਤ ਬੜਾ ਖਿਲਰ ਗਿਆ ਹੈ, ਡੈਮੋਕ੍ਰੇਸੀ ਦਾ ਮਾਮਲਾ ਹੈ ਬੇਸਿਕਲੀ, ਤੇ ਇਹਦੇ ਤੇ ਇੱਕ ਡਿਬੇਟ ਜਿਸ ਲੈਵਲ ਦੀ ਵੀ ਚੱਲੇਗੀ, ਦੇਸ਼ ਦੇ ਲੋਕ ਕੀ ਫੈਸਲਾ ਕਰਨਗੇ, ਮਾਹਰ ਕੀ ਫੈਸਲਾ ਕਰਨਗੇ, ਇਹ ਬਹੁਤ ਜਮਹੂਰੀਅਤ ਲਈ ਵੱਡਾ ਮੁੱਦਾ ਹੈ ਦੇਸ਼ ਦੇ ਵਿੱਚ ਇਸ ਸਮੇਂ। ਮੇਰੇ ਖਿਆਲ ਆਖਰੀ ਆਸ ਵੀ ਤਾਂ ਉਹੀ ਹੁੰਦੀ ਹੈ ਕਿ ਜਿੱਥੋਂ ਜਾ ਕੇ ਕਿਸੇ ਵੀ ਸਰਕਾਰ ਦਾ ਕੀਤਾ ਧੱਕਾ ਰੋਕਣ ਦੀ ਗੁੰਜਾਇਸ਼ ਹੁੰਦੀ ਹੈ। ਵੈਸੇ ਇਹ ਗੱਲ ਮੰਨੀ ਜਾਂਦੀ ਹੈ ਕਿ ਸੁਪਰੀਮ ਕੋਰਟ ਤਾਂ ਸਿਰਫ ਵਿਆਖਿਆ ਕਰਦੀ ਹੈ ਕਾਨੂੰਨਾਂ ਦੀ, ਉਹ ਦੇਖਦੀ ਹੈ ਕਿ ਕਿਸੇ ਜਗ੍ਹਾ ਤੇ ਗਲਤੀ ਤਾਂ ਨਹੀਂ ਹੋ ਰਹੀ। ਪਰ ਇਹ ਵੀ ਹੱਕ ਹਕੂਕ ਪਾਰਲੀਮੈਂਟ ਕੋਲ ਨੇ ਕਿ ਜੇਕਰ ਕਿਸੇ ਕਾਨੂੰਨ ਦੇ ਵਿੱਚ ਸੁਪਰੀਮ ਕੋਰਟ ਕਿਸੇ ਹੋਰ ਤਰੀਕੇ ਨਾਲ ਜਾ ਰਹੀ ਹੈ ਤਾਂ ਕਾਨੂੰਨ ਦੀ ਅਮੈਂਡਮੈਂਟ ਦੇ ਵੀ ਪ੍ਰਾਵਧਾਨ ਨੇ। ਲੇਕਿਨ ਇਹਦੇ ਵਿੱਚ ਵੀ ਮੇਰੇ ਖਿਆਲ 100% ਖੁੱਲਾ ਹੱਥ ਪਾਰਲੀਮੈਂਟ ਕੋਲ ਹੈ ਨਹੀਂ। ਇਹ ਨਹੀਂ ਕਿ ਉਹ ਸਾਰਾ ਸੰਵਿਧਾਨ ਬਦਲਣ ਬਹਿ ਜਾਣ। ਮੈਨੂੰ ਲੱਗੇ ਵੀ ਇਹ ਤਾਂ ਮੇਰੇ ਹਿਸਾਬ ਨਾਲ ਨਹੀਂ ਬਣਿਆ, ਮੈਂ ਤਾਂ ਕਿਸੇ ਹੋਰ ਹਿਸਾਬ ਨਾਲ ਬਣਾਉਣਾ, ਤੇ ABC ਤੋਂ ਸ਼ੁਰੂ ਕਰਕੇ ਆਖਰੀ ਅੱਖਰ ਤੱਕ ਸਭ ਕੁਝ ਹੀ ਬਦਲ ਦੋ। ਕਦੇ ਇਦਾਂ ਦਾ ਵੀ ਕੋਈ ਮਹਾਂਪੁਰਸ਼ ਆ ਜੇ ਫਿਰ ਤਾਂ ਗੱਲ ਹੋਰ ਦੀ ਹੋਰ ਹੋ ਜਾਏ। ਇਸ ਕਰਕੇ ਐਸੀਆਂ ਪਰਿਸਥਿਤੀਆਂ ਦੇ ਵਿੱਚ ਸੁਪਰੀਮ ਕੋਰਟ ਆਪਣੀ ਇੱਛਾ ਨਾਲ ਵੀ ਮਾਮਲੇ ਹੱਥ 'ਚ ਲੈ ਸਕਦੀ ਆ, ਕਿਸੇ ਖਬਰ ਤੋਂ ਲੈ ਕੇ ਕਿਸੇ ਘਟਨਾ ਤੱਕ। ਇਹੀ ਤਾਂ ਖੂਬਸੂਰਤੀ ਆ ਸਾਡੇ ਪੂਰੇ ਢਾਂਚੇ ਦੀ, ਜਿਹਦੇ ਵਿੱਚ ਵੱਖ-ਵੱਖ ਪੱਧਰ ਦੇ ਉੱਤੇ ਵੱਖ-ਵੱਖ ਤਾਕਤਾਂ ਹੈ, ਤੇ ਇਹੀ ਸਮਾਂ ਤੋਲ ਹੈ ਜਦੋਂ ਇਹ ਸੰਤੁਲਨ ਵਿਗੜਦੇ ਆ ਉਦੋਂ ਹੀ ਕੁਝ ਨਾ ਕੁਝ ਉਲਟ-ਪੁਲਟ ਹੁੰਦਾ ਹੈ। ਖੈਰ ਦੌਰ ਲੰਘਦੇ ਨੇ, ਆਉਂਦੇ ਨੇ, ਜਾਂਦੇ ਨੇ। ਇੱਥੇ ਬੜੇ ਵੱਡੇ ਲੋਕ ਆ ਕੇ ਚਲੇ ਗਏ। ਸਮੇਂ ਨੇ ਆਪਣੀ ਤੀਬਰ ਤੇਜ਼ ਗਤੀ ਨਾਲ ਅੱਗੇ ਵਧਣਾ ਤੇ ਬਹੁਤ ਕੁਝ ਹੋਂਜ ਕੇ ਲੈ ਜਾਣਾ ਹੁੰਦਾ। ਬਹੁਤ ਮਿਹਰਬਾਨੀ। ਸ਼ੁਕਰੀਆ ਜੀ।